हम निर्गुण तू दाता। हम मूर्ख तुम चतुर सियाणे। तू सर्ब कला का ज्ञाता। माधो हम ऐसे तू ऐसा। हम पापी तुम पाप खंडन। नीको ठाकुर दिसा। कहा बुद्ध प्रभ तुझ हमारी। बरन सकै महिमा जो तिहारी। हम न सकत कर सिफत तुम्हारी। आप लेहो तुम कथा सुधारी। हम न सकत कर सिफत तुम्हारी। आप लेहो तुम कथा सुधारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਹਰ ਰੋਜ਼ ਇਸ ਪਾਵਨ ਅਸਥਾਨ 'ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਪਿਆਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ
ਹਜੂਰ ਆਸਾ ਰਾਗ ਅੰਦਰ ਸੰਤਾਂ ਦੀ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੀਵਨ ਦੇ ਅੰਦਰ ਜੋ ਮਨੁੱਖ ਨਿਮਾਣਾ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਉਸ ਨੂੰ ਪਰਮਾਤਮਾ ਦੇ ਸਰੂਪ ਰੂਪੀ ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇਕਰ ਜੀਵਨ ਦੇ ਅੰਦਰ ਨਿਮਰਤਾਵਾਨ ਹੋ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ, ਕਿਉਂਕਿ ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਮੁੱਖ ਵਾਕ ਹੈ, ਜਿਨ੍ਹਾਂ ਨੇ ਭਾਵਨਾ ਸਿੱਧ ਹੋ ਕੇ ਨਿਮਰਤਾਵਾਨ ਹੋ ਕੇ ਪਰਮਾਤਮਾ ਦੀ ਸੇਵਾ ਕੀਤੀ ਹੈ, ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ। ਜਦੋਂ ਤੱਕ ਆਪਾ ਭਾਵ ਅਭਾਵ ਨਹੀਂ ਕੀਤਾ, ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਤੋਂ ਸਖਣਾ ਹੀ ਰਿਹਾ ਹੈ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਾ ਭਾਵ ਅਭਾਵ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰੇ, ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਰਹੇ, ਤਾਂ ਫਿਰ ਪਰਮਾਤਮਾ ਦੇ ਸਰੂਪ ਰੂਪੀ ਮਾਣ ਦੀ ਪ੍ਰਾਪਤੀ ਕਰ ਲੈਂਦਾ ਹੈ। ਕਿਉਂਕਿ ਸੇਵਾ ਹੀ ਤਾਂ ਹੋ ਸਕਦੀ ਹੈ ਜੇ ਸੇਵਕ ਬਣ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਵੀ ਤਾਂ ਹੀ ਸਫਲੀ ਹੈ ਜੇ ਸੇਵਕ ਬਣ ਕੇ ਕਰਦਾ ਹੈ। ਤੇ ਹਜੂਰ ਦੇ ਗੁਰਬਾਣੀ ਅੰਦਰ ਬਚਨ ਹਨ, ਜੋ ਮਨੁੱਖ ਮਾਨ ਅਭਿਮਾਨ ਦੇ ਵਿੱਚ ਪਰਚਿਆ ਹੋਇਆ ਉਹ ਕਦੇ ਸੇਵਕ ਨਹੀਂ ਬਣ ਸਕਦਾ। ਜੋ ਮਨੁੱਖ ਮਾਨ ਔਰ ਅਭਿਮਾਨ ਇਹਨਾਂ ਵਿਸ਼ੇ ਔਰ ਵਿਕਾਰਾਂ ਤੋਂ ਔਗਣਾਂ ਤੋਂ ਉਪਰਾਮ ਹੋ ਜਾਂਦਾ ਹੈ, ਉਹ ਸੇਵਕ ਬਣ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਗੁਰੂ ਚਰਨਾਂ ਦੀ ਟਹਿਲ ਕਮਾ ਕੇ ਲੋਕ ਪਰਲੋਕ ਸਫਲਾ ਬਣਾ ਲੈਂਦਾ ਹੈ। ਸਤਿਗੁਰਾਂ ਦੇ ਵਚਨ ਹਨ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਉਹਨੂੰ ਸੇਵਕ ਨਹੀਂ ਕਿਹਾ ਜਾਂਦਾ ਜਿਹੜਾ ਮਾਨ ਅਭਿਮਾਨ ਦੇ ਵਿੱਚ ਲੱਗਾ ਰਹਿੰਦਾ ਹੈ। ਔਰ ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕਰਕੇ ਸੇਵਾ ਕੀਤੀ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਤਿਨਾਂ ਨੇ ਵਾਹਿਗੁਰੂ ਦੇ ਸਰੂਪ ਦਾ ਮਾਣ ਪ੍ਰਾਪਤ ਕੀਤਾ ਹੈ। ਕੋਈ ਦੁਨੀਆ ਦਾ ਦੁਨਿਆਵੀ ਮਾਣ ਨਹੀਂ, ਸਦੀਵੀ ਕਾਲ ਰਹਿਣ ਵਾਲਾ ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਣ ਉਹ ਗੁਰਮੁਖਾਂ ਨੇ ਸੇਵਾ ਕਰਕੇ ਪ੍ਰਾਪਤ ਕੀਤਾ ਹੈ। ਦੁਨੀਆ ਦੇ ਮਾਣ ਕੇਵਲ 4 ਕੁ ਦਿਨਾਂ ਲਈ ਸੰਸਾਰ ਦੇ ਅੰਦਰ ਰਹਿੰਦੇ ਹੈ, ਫਿਰ ਕੋਈ ਜੀਵ ਨੂੰ ਯਾਦ ਨਹੀਂ ਕਰਦਾ। ਪਰ ਜੋ ਸੇਵਕ ਬਣ ਕੇ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰਦਾ ਹੈ, ਸਾਧ ਸੰਗਤ ਜੀ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਆਓ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਤੂੰ ਮਤ ਮਾਣ ਕਰੇ, ਜੇ ਹਉ ਕਿਸ ਜਾਣਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਉੱਤਮ ਵਕਤੇ ਰੂਪ ਹੋ ਕਰਕੇ ਆਪਣੇ ਮਨ ਨੂੰ ਸਮਝਾਉਂਦੇ ਹੋਏ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਮਨਾ, ਜੇਕਰ ਤੂੰ ਜੀਵਨ ਦੇ ਅੰਦਰ ਕੁਝ ਜਾਣਦਾ ਵੀ ਹੈ ਨਾ, ਭਾਵ ਜੇ ਸੰਸਾਰ ਦੇ ਅੰਦਰ ਤੈਨੂੰ ਭਾਵੇਂ ਸੰਸਾਰ ਦਾ ਗਿਆਨ ਪ੍ਰਾਪਤ ਹੋ ਗਿਆ, ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਗਈ, ਸੰਸਾਰ ਦੇ ਅੰਦਰ ਜੇਕਰ ਤੂੰ ਕੁਝ ਜਾਣਦਾ ਹੈ, ਤੈਨੂੰ ਸੰਸਾਰ ਦੇ ਅੰਦਰ ਲੋਕ ਮਾਣ ਬਖਸ਼ਿਸ਼ ਕਰਦੇ, ਫਿਰ ਵੀ ਨਿਮਾਣਾ ਹੋ ਕਰਕੇ ਰਹਿਆ ਕਰ। ਮਨ ਜੇ ਤੂੰ ਕਿਸ ਜਾਣਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਮਨਾ, ਜੇਕਰ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਬ੍ਰਹਮ ਸਰੂਪ ਨੂੰ ਸਿਆਣਦਾ ਹੈ, ਅਕਾਲ ਪੁਰਖ ਪਰਮਾਤਮਾ ਜੀ ਦੇ ਸਾਖਸ਼ਾਤਤਾ ਤੂੰ ਜਾਣਦਾ ਹੈ ਕਿ ਕਿਸ ਢੰਗ ਦੇ ਨਾਲ ਪਰਮਾਤਮਾ ਦੇ ਸਰੂਪ ਨੂੰ ਸਾਖਸ਼ਾਤ ਕਰਨਾ ਹੈ, ਕਿਵੇਂ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ, ਫਿਰ ਵੀ ਮਹਾਰਾਜ ਕਹਿੰਦੇ ਨਿਮਾਣਾ ਹੋ ਕਰਕੇ ਰਿਹਾ ਕਰ। ਜੇਕਰ ਤੈਨੂੰ ਸਮਝ ਆ ਗਈ ਹੈ ਨਾ, ਮਨ ਤੂੰ ਮਤ ਮਾਣ ਕਰਹਿ, ਜੇ ਹਉ ਕਿਛ ਜਾਣਦਾ,
ਜੇ ਕੁਝ ਜਾਣਦਾ ਵੀ ਹੈ ਤੇ ਫਿਰ ਵੀ ਮਾਣ ਨਾ ਕਰਿਆ ਕਰ, ਕਿਉਂਕਿ ਇਹ ਮਾਣ ਦੇ ਕਰਕੇ ਹੀ ਸੰਸਾਰ ਦੇ ਅੰਦਰ ਬੜੇ ਬੜੇ ਰਿਸ਼ੀ ਮੁਨੀ, ਤਪ ਕਰਨ ਵਾਲੇ ਤਪਸਵੀ ਜੀਵ ਸੰਸਾਰ ਦੇ ਅੰਦਰ ਗਲ ਸੜ ਗਏ ਹੈ, ਪਰ ਇਸ ਮਾਣ ਕਰਕੇ ਪ੍ਰਮਾਤਮਾ ਤੋਂ ਸਖਣੇ ਰਹੇ ਹਨ। 84 ਦੇ ਗੇੜੇ ਤੋਂ ਖਹਿੜਾ ਨਹੀਂ ਛੁੱਟਿਆ, ਆਵਾਗਮਨ ਦੇ ਚੱਕਰ ਤੋਂ ਆਜ਼ਾਦ ਨਾ ਹੋ ਸਕੇ। ਜਿਹੜੇ ਸੰਸਾਰ ਦੇ ਜ਼ਿੰਦਗੀ ਅੰਦਰ ਭਾਵੇਂ ਬੜੇ ਉਹਨਾਂ ਨੇ ਦੁਨੀਆ ਦੇ ਸਾਧਨ ਸਾਧੇ ਸਨ, ਪਰ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਭਗਤ ਰਸਨਾ ਦੁਆਰਾ, ਕਹਿੰਦੇ ਹਨ ਕਿ ਬੜੇ ਬੜੇ ਸੰਸਾਰ ਦੇ ਅੰਦਰ ਐਸੇ ਜੀਵ ਆਏ ਹੈ ਜਿਨ੍ਹਾਂ ਨੇ ਜ਼ਿੰਦਗੀ ਦਾ ਵੱਡਾ ਪੱਖ ਬਹੁਤੇ ਸਾਧਨਾਂ ਦੇ ਵਿੱਚ ਭਾਵੇਂ ਲੰਘਾ ਦਿੱਤਾ ਹੈ, ਪਰ ਆਖਰਕਾਰ ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਨਾ ਹੋ ਸਕੇ। ਸੋ ਹਜ਼ੂਰ ਕਹਿੰਦੇ ਹੈ ਜੀਵ, ਇਹ ਜਿਹੜਾ ਮਾਣ ਹੈ ਨਾ, ਜ਼ਿੰਦਗੀ ਵਿੱਚ ਬੜਾ ਵੱਡਾ ਬੰਧਨ ਹੈ, ਬਹੁਤ ਵੱਡਾ ਬੰਧਨ ਹੈ। ਹੋਰ ਜਿਵੇਂ ਸੰਸਾਰ ਦੇ ਬਹੁਤ ਸਾਰੇ ਬੰਧਨ ਹੈ, ਜਿਵੇਂ ਔਗਣਾਂ ਦਾ ਬੰਧਨ ਹੈ, ਸੰਸਾਰ ਦੇ ਹੋਰ ਵਿਸ਼ੇ ਸੁੱਖਾਂ ਦੇ ਬੰਧਨ ਹਨ, ਮਾਇਕੀ ਸੁੱਖਾਂ ਦੇ ਬੰਧਨ ਹਨ, ਤਿਵੇਂ ਮਹਾਰਾਜ ਕਹਿੰਦੇ ਮਾਣ ਦਾ ਵੀ ਬਹੁਤ ਵੱਡਾ ਇੱਕ ਬੰਧਨ ਹੈ। ਇਹਦੇ ਤੋਂ ਛੁੱਟਣਾ ਬੜਾ ਔਖਾ ਹੈ। ਹੋਰ ਬੰਧਨਾਂ ਤੋਂ ਕੋਈ ਨਾ ਕੋਈ ਮਨੁੱਖ ਯਤਨ ਕਰਕੇ, ਹੀਲਾ ਵਸੀਲਾ ਕਰਕੇ ਛੁੱਟ ਜਾਂਦਾ ਹੈ, ਪਰ ਸਾਧ ਸੰਗਤ ਜੀ ਮਾਣ ਰੂਪ ਜਿਹੜਾ ਬੰਧਨ ਹੈ ਨਾ, ਇਹਦੀ ਪਕੜ ਇੰਨੀ ਪੱਕੀ ਹੈ ਕਿ ਮਨੁੱਖ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਕਦੇ ਛੁੱਟ ਨਹੀਂ ਸਕਦਾ। ਸਤਿਗੁਰੂ ਜੀ ਦਾ ਭਗਤ ਰਸਨਾ ਦੁਆਰਾ ਬਚਨ ਹੈ, ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਮਨੁੱਖ ਮਾਇਆ ਦਾ ਤਿਆਗ ਕਰ ਸਕਦਾ, ਘਰ ਬਾਹਰ ਵੀ ਤਿਆਗ ਸਕਦਾ, ਪਰਿਵਾਰ ਵੀ ਛੱਡ ਕਰਕੇ ਬਨਵਾਸੀ ਬਣ ਸਕਦਾ, ਜੰਗਲਾਂ ਵਿੱਚ ਨਿਵਾਸ ਕਰ ਸਕਦਾ, ਪਰ ਇਹ ਮਾਣ ਛੱਡਣਾ ਬੜਾ ਔਖਾ ਹੈ। ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਇਸ ਮਾਣ ਦਾ ਤਿਆਗ ਹੁੰਦਾ ਹੈ। ਹਜ਼ੂਰ ਨੇ ਉਚਾਰਨ ਕੀਤਾ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਬੜਿਆ ਬੜਿਆਂ ਨੂੰ ਇਸ ਮਾਣ ਨੇ ਖਾ ਲਿਆ, ਸੰਸਾਰ ਦੇ ਅੰਦਰ ਖਚਿਤ ਕਰ ਦਿੱਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਜ਼ੂਰ ਕਹਿੰਦੇ ਨੇ, ਮਨ ਤੂੰ ਮਤ ਮਾਣ ਕਰਹਿ, ਜੇ ਹਉ ਕਿਛ ਜਾਣਦਾ। ਹੇ ਮਨਾ, ਐ ਪ੍ਰਾਣਾ ਧਾਰੀ ਜੀਵ, ਜੇਕਰ ਤੂੰ ਕੁਝ ਜਾਣਦਾ ਵੀ ਹੈ ਨਾ, ਤਾਂ ਫਿਰ ਵੀ ਮਾਣ ਨਾ ਕਰਿਆ ਕਰ, ਹੰਕਾਰ ਨਾ ਕਰਿਆ ਕਰ। ਕੁਝ ਆਪਣੇ ਅੰਦਰ ਮਨ ਦੇ ਅੰਦਰ ਮਾਣ ਨਾ ਕਰਿਆ ਕਰ ਕਿ ਮੈਂ ਕੁਝ ਜਾਣਦਾ ਹਾਂ, ਜਾਂ ਮੈਂ ਜੀਵ ਈਸ਼ ਦੀ ਏਕਤਾ ਨੂੰ ਜਾਣਦਾ ਹਾਂ। ਕਿਵੇਂ ਈਸ਼ਰ ਤੇ ਜੀਵ ਈਸ਼ ਦੀ ਏਕਤਾ ਕਰਨੀ ਹੈ, ਕਿਵੇਂ ਆਤਮਾ ਪਰਮਾਤਮਾ ਦਾ ਮਿਲਾਪ ਕਰਨਾ ਹੈ, ਕਿਵੇਂ ਸ਼ਬਦ ਦੇ ਨਾਲ ਸੁਰਤ ਦਾ ਜਿਹੜਾ ਜੋੜ ਬਣਾਉਣਾ ਹੈ, ਕਿਵੇਂ ਸੰਸਾਰਾਕਾਰ ਤੋਂ ਬਿਰਤੀ ਉਪਰਾਮ ਕਰਕੇ ਬ੍ਰਹਮਾਕਾਰ ਬਣਾਵਣੀ ਹੈ। ਮਹਾਰਾਜ ਕਹਿੰਦੇ ਕਿਵੇਂ ਸੰਸਾਰ ਦੇ ਸੁੱਖਾਂ ਤੋਂ ਉਪਰਾਮ ਹੋ ਕੇ ਸੁਖ ਸਰੂਪ ਪਰਮੇਸ਼ਰ ਨੂੰ ਪਾਉਣਾ ਹੈ। ਹੇ ਮਨਾ, ਇਹ ਸਭ ਕੁਝ ਜਾਣਦਾ ਹੋਇਆ ਤੂੰ ਕਦੇ ਮਨ ਦੇ ਅੰਦਰ ਮਾਣ ਨਾ ਕਰੇ। ਮਾਣ ਸਭੈ ਕੋ ਖਾਏ, ਬੜੇ ਬੜੇ ਨੂੰ ਇਸ ਮਾਣ ਨੇ ਖਾ ਲਿਆ। ਇਸ ਲਈ ਹੇ ਮਨਾ, ਤੂੰ ਮਤਾ ਮਨ ਦੇ ਅੰਦਰ ਮਾਣ ਕਰਨਾ ਕਰ। ਗੁਰਮੁਖਤਾਈ ਧਾਰਨ ਕਰਕੇ ਤੇ ਨਿਮਾਣਾ ਹੋ ਕੇ ਰਿਹਾ ਕਰ। ਗੁਰਮੁਖਤਾਈ ਧਾਰਨ ਕਰਕੇ, ਗੁਰਮੁਖਾਂ ਵਾਲਾ ਜੀਵਨ ਜ਼ਿੰਦਗੀ ਇੱਧਰ ਧਾਰਨ ਕਰ। ਗੁਰਮੁਖਾਂ ਵਾਲਾ ਜੀਵਨ ਨਿਰਵਾਹ ਕਰਿਆ ਕਰ। ਗੁਰਮੁਖ ਨਿਮਾਣਾ ਹੋ, ਜਾਂ ਫਿਰ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਨਿਮਾਣਾ ਨਿਮਰਤਾਵਾਨ ਹੋ ਕਰਕੇ ਰਿਹਾ ਕਰ। ਐਵੇਂ ਨਾ ਹੈਂਕੜਬਾਜੀ ਵਿੱਚ ਬਾਰ-ਬਾਰ ਡੀਂਗਾ ਮਾਰਦਾ ਰਿਹਾ ਕਰ। ਹੇ ਮਨਾ, ਨਿਮਰਤਾਵਾਨ ਹੋ ਕੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਕਰ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਜੇ ਭਗਤ ਧਰੂ ਜੀ ਨੇ ਨਿਮਰਤਾ ਧਾਰਨ ਕੀਤੀ, ਨਿਮਾਣਾ ਹੋ ਕੇ ਰੱਬ ਨੂੰ ਯਾਦ ਕੀਤਾ, ਜੋ ਇੱਛਾ ਸੀ ਸੰਸਾਰ ਦੇ ਰਾਜ ਭਾਗ ਦੀ ਉਹ ਵੀ ਪਾ ਲਿਆ, ਤੇ ਫਿਰ ਪ੍ਰਮਾਤਮਾ ਦੇ ਸਰੂਪ ਦੀ ਅਟਲ ਪਦਵੀ ਨੂੰ ਵੀ ਪ੍ਰਾਪਤ ਕਰ ਲਿਆ ਹੈ। ਗੁਰਬਾਣੀ ਦਾ ਵੀ ਬਚਨ ਹੈ ਨਾ, ਅਟਲ ਭਇਓ ਧਰੂ ਜਾ ਕੇ ਸਿਮਰਨ, ਆਰ ਨਿਰਭੈ ਪਦ ਪਾਇਆ। ਨਿਰਭੈਤਾ ਪਦਵੀ ਦੀ ਪ੍ਰਾਪਤੀ ਕੀਤੀ ਹੈ। ਨਿਮਰਤਾਵਾਨ ਹੋ ਕੇ, ਨਿਮਾਣਾ ਹੋ ਕੇ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕਰਕੇ ਹੋਏ ਨਿਮਾਣਾ ਭਗਤ ਕਰ, ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕਰਕੇ, ਨਿਮਾਣੇ ਹੋ ਕੇ ਪ੍ਰਮਾਤਮਾ ਦੀ ਭਗਤੀ ਕਰਕੇ ਵਾਹਿਗੁਰੂ ਜੀ ਦੇ ਦੀਦਾਰ ਪ੍ਰਾਪਤ ਕੀਤੇ ਹੈ।
ਅਕਾਲ ਪੁਰਖ ਵਾਹਿਗੁਰੂ ਜੀ ਦੇ ਅਮੋਲਕ ਦਰਸ਼ਨਾਂ ਦੀ ਦਾਤ ਪਾਈ ਹੈ। ਫਿਰ ਅਗਲਾ ਬਚਨ ਕੀਤਾ, ਕਹਿੰਦੇ ਹਨ ਕਿ ਭਗਤ ਵਛਲ, ਭਗਤਾਂ ਦਾ ਪਿਆਰਾ ਬਣ ਕਰਕੇ ਭਗਤ ਵਛਲ ਹੋਏ ਭੇਟਿਆ, ਮਾਣ ਨਿਮਾਣੇ ਆਪ ਦਿਵਾਇਆ। ਜਿਹੜੇ ਨਿਮਾਣੇ ਬਣ ਜਾਂਦੇ ਵਾਹਿਗੁਰੂ ਉਹਨਾਂ ਨੂੰ ਆਪ ਕਿਰਪਾ ਕਰਕੇ ਮਾਣ ਦਿੰਦਾ। ਜੇ ਨਿਮਾਣਾ ਨਿਮਰਤਾ ਧਾਰਨ ਕੀਤੀ ਸੀ ਨਾ, ਭਾਵੇਂ ਸਾਧ ਸੰਗਤ ਜੀ ਮਤਰੇਈ ਮਾਂ ਨੇ ਮੁਖ ਦੇ ਚਪੇੜ ਮਾਰ ਦਿੱਤੀ ਸੀ, ਤੇ ਜਾ ਕਰਕੇ ਮਾਂ ਨੂੰ ਪੁੱਛਦੇ ਨੇ, ਇਹ ਮਾਂ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਕਿ ਗੋਲੀ ਹੈ? ਤੇ ਕਹਿਣ ਲੱਗੀ ਸੀ, ਐ ਪੁੱਤਰ ਮੈਂ ਤਾਂ ਜਨਮ ਸਮੇਂ ਤੋਂ ਜਨਮ ਘਰਾਣਿਆਂ ਦੀ ਰਜਵਾਣਿਆਂ ਦੀ ਪੁੱਤਰੀ ਰਾਣੀ ਆ, ਪਰ ਨਾਮ ਨਾ ਭਗਤੀ ਕਰਨ ਦ੍ਰਿੜੀਤਾ, ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਤਾਂ ਸਾਡੇ ਨਾਲ ਗੋਲਿਆਂ ਵਾਲਾ ਵਿਤਕਰਾ ਵਿਵਹਾਰ ਹੁੰਦਾ ਪਿਆ ਹੈ। ਤੇ ਫਿਰ ਕਹਿਣ ਲੱਗੇ, ਹੇ ਮਾਂ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਕਿਹੜਾ ਮੈਂ ਉਦਮ ਕਰਾਂ, ਕਿਹੜਾ ਯਤਨ ਕਰਾਂ, ਜਿਸ ਕਰਕੇ ਜਿਹੜੇ ਦੁਸ਼ਮਣਾਂ ਵਾਲਾ ਵਿਤਕਰਾ ਵਿਵਹਾਰ ਸਾਡੇ ਨਾਲ ਇਹ ਵਰਤਾਰਾ ਕਰ ਰਹੇ ਹੈ, ਮਿੱਤਰਾਂ ਵਾਲਾ ਆਪਣਾ ਵਾਲਾ ਸਾਡਾ ਵਰਤਾਰਾ ਕਰਨ ਲੱਗ ਪਵੇ। ਤੇ ਕਹਿਣ ਲੱਗੇ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਐ ਪੁੱਤਰ ਨਿਮਰਤਾਵਾਨ ਹੋ ਕੇ ਪ੍ਰਮਾਤਮਾ ਦੀ ਭਗਤੀ ਕਰੀਏ, ਵਾਹਿਗੁਰੂ ਜੀ ਦੀ ਆਰਾਧਨਾ ਕਰੀਏ, ਤਾਂ ਫਿਰ ਸਭ ਕੁਝ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ। ਪਾਪੀ ਜੀਵ ਵੀ ਪਾਵਨ ਬਣ ਜਾਂਦੇ ਹਨ। ਤੇ ਸਾਧ ਸੰਗਤ ਜੀ ਨਿਮਾਣੇ ਹੋ ਕਰਕੇ ਫਿਰ ਜੰਗਲ ਵਿੱਚ ਜਾ ਕੇ 5 ਸਾਲ ਦੀ ਆਰਬਲਾ ਵਿੱਚ ਪ੍ਰਮਾਤਮਾ ਦੀ ਭਗਤੀ ਕੀਤੀ ਹੈ। ਤੇ ਭਗਤ ਵਛਲ ਹਰ ਭੇਟਿਆ, ਭਗਤੀ ਕਰਕੇ ਪ੍ਰਮਾਤਮਾ ਨੂੰ ਯਾਦ ਕਰ ਕਰਕੇ ਮਾਣ ਨਿਮਾਣੇ ਆਪ ਦਿਵਾਇਆ। ਪ੍ਰਮਾਤਮਾ ਨੇ ਆਪਣੇ ਸਰੂਪ ਦਾ ਮਾਣ ਬਖਸ਼ਿਸ਼ ਕਰ ਦਿੱਤਾ। ਵਾਹਿਗੁਰੂ ਨੇ ਅਟਲ ਪਦਵੀ ਦੀ ਦਾਤ ਦੇ ਕਰਕੇ ਨਿਵਾਜ ਦਿੱਤਾ ਹੈ। ਇਸ ਲਈ ਹਜੂਰ ਬਖਸ਼ਿਸ਼ ਕਰਦੇ ਹੈ, ਹੇ ਮਨਾ ਮਨ ਤੂੰ ਮਤ ਮਾਣ ਕਰਹਿ, ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਗੁਰਮੁਖਾਂ ਵਾਂਗ ਨਿਮਾਣਾ ਹੋ ਕਰਕੇ ਰਿਹਾ ਕਰ। ਸਭ ਕੁਝ ਜਾਣਨ ਦੇ ਬਾਵਜੂਦ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਜਾਣ ਬਣ ਕਰਕੇ ਰਿਹਾ ਕਰ। ਮਾਣ ਹੋਣ ਦੇ ਬਾਵਜੂਦ ਵੀ ਨਿਮਾਣਾ ਬਣ ਕਰਕੇ ਰਿਹਾ ਕਰ। ਤਾਣ ਹੁੰਦੇ ਹੋਇਆ ਵੀ ਨਿਤਾਣਾ ਹੋ ਕਰਕੇ ਰਿਹਾ ਕਰ। ਇਉਂ ਇਸ ਕਰਕੇ ਹਜੂਰ ਕਹਿੰਦੇ ਫਿਰ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਸਕਦੀ ਹੈ। ਸਾਧ ਸੰਗਤ ਜੀ, ਭਾਈ ਭਿਖਾਰੀ ਜੀ ਗੁਜਰਾਤ ਦੇ ਇਲਾਕੇ ਵਿੱਚ ਰਹਿਣ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਦੇ ਚਰਨਾਂ ਵਿੱਚ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਗੁਰਮੁਖ ਸਿੱਖ ਦੇ ਦਰਸ਼ਨ ਕਰਵਾਓ। ਤਾਂ ਹਜੂਰ ਨੇ ਕਿਹਾ ਸੀ, ਕਹਿੰਦੇ ਕਿ ਭਾਈ ਭਿਖਾਰੀ ਸਾਡਾ ਸਿੱਖ ਹੈ, ਉਹ ਗੁਰਮੁਖ ਸਿੱਖ ਹੈ, ਉਹਦੇ ਅੰਦਰ ਗੁਰਮੁਖਤਾਈ ਹੈ, ਗੁਰਮੁਖਾਂ ਵਾਲਾ ਉਹ ਜੀਵਨ ਨਿਰਵਾਹ ਕਰਦਾ। ਕਿਉਂਕਿ ਗੁਰਮੁਖਾਂ ਦਾ ਜਿਹੜਾ ਜੀਵਨ ਸੀ ਨਾ, ਬੜਾ ਉੱਚਾ ਸੁੱਚਾ, ਉੱਚਾ ਕਿਰਦਾਰ, ਸਾਧ ਸੰਗਤ ਜੀ ਉੱਚਾ ਸੁੱਚਾ ਜੀਵਨ, ਬੜੀ ਉਹਨਾਂ ਦੀ ਮਹਿਮਾ ਸਰਵਣ ਕੀਤੀ ਸੀ, ਪਰ ਅਜੇ ਤੱਕ ਉਹ ਸਿੱਖ ਨੇ ਗੁਰਮੁਖਾਂ ਦੇ ਦਰਸ਼ਨ ਨਹੀਂ ਸਨ ਕੀਤੇ। ਮਹਾਰਾਜ ਸਾਹਿਬ ਜੀ ਨੇ ਭੇਜਿਆ ਕਿ ਗੁਜਰਾਤ ਦੇ ਇਲਾਕੇ ਵਿੱਚ ਸਾਡਾ ਸਿੱਖ ਭਾਈ ਭਿਖਾਰੀ ਹੈ, ਉਹ ਗੁਰਮੁਖ ਸਿੱਖ ਹੈ, ਉਹਦੇ ਦੀਦਾਰ ਕਰ ਲੈਣੇ। ਜਦੋਂ ਸਿੱਖ ਆਇਆ ਤੇ ਸਾਧ ਸੰਗਤ ਜੀ ਘਰ ਵਿੱਚ ਦੇਖਿਆ ਗਾਉਣ ਵਜਾਉਣ ਹੋ ਰਿਹਾ ਸੀਗਾ। ਪੁੱਤਰ ਦਾ ਵਿਆਹ ਸੀ ਭਾਈ ਭਿਖਾਰੀ ਜੀ ਦੇ ਪੁੱਤਰ ਦਾ। ਤੇ ਜਦੋਂ ਰਿਸ਼ਤੇਦਾਰ ਸਕੇ ਸੰਬੰਧੀ ਮਿਲ ਕਰਕੇ ਸਾਧ ਸੰਗਤ ਜੀ ਖੁਸ਼ੀਆਂ ਦੇ ਗੀਤ ਗਾ ਰਹੇ ਨੇ, ਔਰ ਇੱਕ ਪਾਸੇ ਮਠਿਆਈਆਂ ਤਿਆਰ ਹੋ ਰਹੀਆਂ ਨੇ, ਸੁਨਿਆਰਾ ਗਹਿਣੇ ਘੜ ਕਰਕੇ ਤਿਆਰ ਕਰ ਰਿਹਾ ਹੈ। ਇਹ ਸਭ ਕੁਝ ਉਹ ਸਿੱਖ ਨੇ ਦੇਖਿਆ ਜੋ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਗਿਆ ਸੀ। ਦੇਖ ਕਰਕੇ ਬੜਾ ਮਨ ਵਿੱਚ ਖੁਸ਼ੀ ਵੀ ਹੋਈ, ਚਾਅ ਵੀ ਹੋਇਆ ਕਿ ਇਹ ਭਾਈ ਭਿਖਾਰੀ ਜੀ ਹੈ। ਇਹ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਗੁਰਮੁਖਾਂ ਵਾਲਾ ਇਹਨਾਂ ਦਾ ਜੀਵਨ ਹੈ, ਤੇ ਮੈਨੂੰ ਕੋਈ ਸਮਝ ਨਹੀਂ ਅਜੇ ਆ ਰਹੀ। ਤੇ ਅੱਗੇ ਜਾ ਕਰਕੇ ਕੀ ਦੇਖਿਆ ਸਾਧ ਸੰਗਤ ਜੀ, ਵਿਮਾਨ ਇੱਕ ਪਾਸੇ ਪਿਆ ਹੋਇਆ ਤੇ ਤੱਪੜ ਸਿਉਂਦੇ ਪਏ ਨੇ ਭਾਈ ਭਿਖਾਰੀ ਜੀ ਆਪਣੇ ਹੱਥਾਂ ਦੇ ਨਾਲ। ਦੇਖ ਕਰਕੇ ਬੜੀ ਹੈਰਾਨਗੀ ਵੀ ਹੋਈ, ਪਰ ਕੋਈ ਸਮਝ ਨਾ ਆਈ ਉਹ ਸਿੱਖ ਨੂੰ। ਸਾਧ ਸੰਗਤ ਜੀ, ਅਗਲਾ ਦਿਨ ਹੋਇਆ, ਪੁੱਤਰ ਦਾ ਵਿਆਹ ਕੀਤਾ ਗਿਆ। ਸ਼ਾਮ ਦੇ ਸਮੇਂ ਬੜੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ, ਪਰ ਪਤਾ ਨਹੀਂ ਪਰਮੇਸ਼ਰ ਦੀ ਐਸੀ ਕਰਨੀ ਹੋਈ ਸਾਧ ਸੰਗਤ ਜੀ, ਪੁੱਤਰ ਦੇ ਪੇਟ ਦੇ ਵਿੱਚ ਸੂਲ ਹੋਈ ਤੇ ਉਹਦੀ ਮੌਤ ਹੋ ਗਈ। ਭਾਈ ਭਿਖਾਰੀ ਜੀ ਦੇ ਪੁੱਤਰ ਦੀ ਮੌਤ ਹੋ ਗਈ। ਉਹ ਸਿੱਖ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਰਿਹਾ।
ਤੇ ਜਿਹੜਾ ਤੱਪੜ ਸਿਉਂਦੇ ਪਏ ਸਨ ਉੱਥੇ ਉੱਪਰ ਹੀ ਸਾਧ ਸੰਗਤ ਜਿਹੜੇ ਗਾਉਣ ਵਜਾਉਣ ਕਰ ਰਹੇ ਸੀ, ਖੁਸ਼ੀਆਂ ਦੇ ਗੀਤ ਗਾ ਰਹੇ ਸਨ, ਸਾਰੇ ਸਖੇ ਸੰਬੰਧੀ ਉਹਦੇ ਉੱਪਰ ਬੈਠ ਕਰਕੇ ਫਿਰ ਸੋਗ ਕਰਨ ਲੱਗ ਪਏ। ਫਿਰ ਉੱਚੀ ਉੱਚੀ ਰੋਣ ਲੱਗ ਪਏ ਪੁੱਤਰ ਨੂੰ ਯਾਦ ਕਰਦਿਆਂ ਹੋਇਆਂ। ਤੇ ਫਿਰ ਵੀ ਭਾਈ ਭਿਖਾਰੀ ਜੀ ਦੇ ਨਾ ਤਾਂ ਵਿਆਹ ਦੇ ਸਮੇਂ ਕੋਈ ਬਹੁਤਾ ਖੁਸ਼ੀ ਦਾ ਚਾਅ, ਤੇ ਜੇ ਪੁੱਤਰ ਚੜ੍ਹਾਈ ਕਰ ਗਿਆ, ਪੁੱਤਰ ਦੀ ਜੇ ਮੌਤ ਹੋ ਗਈ ਤੇ ਫਿਰ ਕੋਈ ਸੋਗ ਨਹੀਂ ਮਨ ਦੇ ਅੰਦਰ ਰੱਤਾ ਜਿੰਦਾ ਵੇ। ਇਸ ਕਰਕੇ ਸਭ ਕੁਝ ਦੇਖ ਕਰਕੇ ਨਾ ਫਿਰ ਉਹ ਸਿੱਖ ਜਿਹੜਾ ਸੀ ਚਰਨਾਂ ਤੇ ਢਹਿ ਪਿਆ, ਕਹਿਣ ਲੱਗੇ ਕਿ ਭਾਈ ਸਾਹਿਬ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ, ਸਭ ਕੁਝ ਜਾਣਨ ਦੇ ਬਾਵਜੂਦ ਵੀ ਤੁਸੀਂ ਅਣਜਾਣ ਬਣ ਕਰਕੇ ਰਹੇ ਹੋ। ਤੁਹਾਨੂੰ ਪਤਾ ਸੀ ਕਿ ਪੁੱਤਰ ਦੀ ਮੌਤ ਹੋ ਜਾਣੀ ਹੈ, ਤੇ ਫਿਰ ਇਹਦਾ ਕਾਰਨ ਕੀ ਤੁਸਾਂ ਨੇ ਕਿਉਂ ਕੀਤਾ? ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਹਾਰਾਜ ਸਾਹਿਬ ਜੀ ਤੋਂ ਹੋਰ ਕੋਈ ਸਮਾਂ ਜਿਹੜੀ ਜ਼ਿੰਦਗੀ ਹੈ ਆਪਣੇ ਪੁੱਤਰ ਦੀ ਮੰਗ ਲੈਂਦੇ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਭਾਈ ਸਿੱਖਾ, ਜੇ ਹੋਰ ਕੋਈ ਸਮੇਂ ਵਾਸਤੇ ਜ਼ਿੰਦਗੀ ਮੰਗ ਲੈਂਦੇ ਤੇ ਕੀ ਮੇਰੇ ਪੁੱਤਰ ਨੇ ਬਾਅਦ ਵਿੱਚ ਮਰਨਾ ਨਹੀਂ ਸੀਗਾ? ਬਾਅਦ ਵਿੱਚ ਵੀ ਤਾਂ ਮੌਤ ਹੋ ਹੀ ਜਾਣੀ ਸੀ, ਰੱਬ ਦੇ ਕਿਉਂ ਸ਼ਰੀਕ ਬਣਦਾ? ਤੇ ਕਹਿਣ ਲੱਗੇ ਫਿਰ ਇਹ ਮਨਮੁਖਾਂ ਵਾਲਾ ਸਾਗਤਾਂ ਦਾ ਇਹ ਕਰਮ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ। ਤੇ ਸਾਧ ਸੰਗਤ ਜੀ ਉਹ ਸਿੱਖ ਨੇ ਭਾਈ ਭਿਖਾਰੀ ਜੀ ਦੇ ਦਰਸ਼ਨ ਕੀਤੇ, ਕਹਿੰਦੇ ਇਹ ਸੱਚੇ ਗੁਰਮੁਖ ਸਿੱਖ ਹਨ। ਨਾ ਖੁਸ਼ੀ ਦੇ ਸਮੇਂ ਸਾਧ ਸੰਗਤ ਮਨ ਵਿੱਚ ਕੋਈ ਚਾਅ, ਤੇ ਨਾ ਸੋਗ ਦੇ ਸਮੇਂ ਕਿਸੇ ਪ੍ਰਕਾਰ ਮਨ ਦੇ ਅੰਦਰ ਕੋਈ ਚਿੰਤਾ, ਕੋਈ ਗਮ ਹੋਇਆ, ਪਰਮਾਤਮਾ ਦੇ ਭਾਣੇ ਵਿੱਚ ਰਾਜ਼ੀ ਰਹਿੰਦੇ ਹਨ। ਜਿਵੇਂ ਹਜੂਰ ਦਾ ਬਚਨ ਆਉਂਦਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮਹਾਰਾਜ ਕਹਿੰਦੇ ਉਹਨਾਂ ਦੇ ਵਾਸਤੇ ਸੁੱਖ ਔਰ ਦੁੱਖ ਇੱਕ ਸਮਾਨ ਹੁੰਦੇ ਹੈ, ਮਾਨ ਅਪਮਾਨ ਇੱਕੋ ਜਿਹਾ ਹੁੰਦਾ ਹੈ। ਫਿਰ ਕੋਈ ਉਹਨਾਂ ਦੀ ਨਿੰਦਿਆ ਕਰੀ ਜਾਵੇ, ਉਸਤਤ ਕਰੀ ਜਾਵੇ, ਇੱਕ ਸਮਾਨ ਹੁੰਦਾ ਹੈ। ਲੋਹਾ ਤੇ ਕੰਚਨ ਇੱਕ ਸਮਾਨ ਜਾਣਦੇ ਨੇ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਤੋ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਹੇ ਮਨਾ ਤੂੰ ਸਭ ਕੁਝ ਜਾਣਨ ਦੇ ਬਾਵਜੂਦ ਵੀ ਅਣਜਾਣ ਬਣ ਕਰਕੇ ਰਿਹਾ ਕਰ। ਜੇ ਪ੍ਰਮਾਤਮਾ ਨੇ ਤੈਨੂੰ ਕੋਈ ਸ਼ਕਤੀ ਦਿੱਤੀ ਹੈ ਨਾ, ਆਤਮਿਕ ਬਲ ਬਖਸ਼ਿਆ, ਆਉਣ ਵਾਲੀ ਸਮੇਂ ਦਾ ਵੀ ਤੈਨੂੰ ਪਤਾ, ਭਵਿੱਖਤ ਕਾਲ ਦਾ ਕਿ ਕੀ ਹੋਣ ਵਾਲਾ ਹੈ, ਫਿਰ ਵੀ ਮਹਾਰਾਜ ਕਹਿੰਦੇ ਹੇ ਮਨਾ ਤੂੰ ਅਣਜਾਣ ਹੋ ਕਰਕੇ ਰਿਹਾ ਕਰ। ਹੋਣਾ ਤਾਂ ਉਹ ਕੁਝ ਹੀ ਹੈ ਜੋ ਪ੍ਰਮਾਤਮਾ ਦੇ ਭਾਣੇ ਵਿੱਚ ਹੋਣਾ ਹੈ, ਉਹ ਹੋ ਕਰਕੇ ਹੀ ਰਹਿਣਾ ਹੈ। ਤੂੰ ਐਵੇਂ ਰੱਬ ਦਾ ਸ਼ਰੀਕ ਬਣਦਾ ਰਹਿਣਾ ਹੈ। ਇਸ ਲਈ ਮਨਾ ਗੁਰਮੁਖ ਨਿਮਾਣਾ ਹੋ, ਗੁਰਮੁਖਾਂ ਦੀ ਤਰ੍ਹਾਂ ਨਿਮਰਤਾਵਾਨ ਹੋ ਕਰਕੇ, ਨਿਮਾਣਾ ਹੋ ਕਰਕੇ ਵਾਹਿਗੁਰੂ ਨੂੰ ਯਾਦ ਕਰਿਆ ਕਰ। ਜਿਸ ਹਿਰਦੇ ਅੰਦਰ ਅਗਿਆਨ ਦਾ ਹਨੇਰਾ ਹੈ, ਮਹਾਰਾਜ ਕਹਿੰਦੇ ਉਹਦੀ ਬੁੱਧ ਦੇ ਵਿੱਚ ਹੰਕਾਰ, ਭਾਵ ਬੁੱਧੀ ਦੇ ਵਿੱਚ ਬੜਾ ਹੰਕਾਰ ਹੁੰਦਾ। ਜਿਹੜਾ ਮਨੁੱਖ ਅਗਿਆਨੀ ਹੈ, ਬੇਸਮਝ ਹੈ, ਅਗਿਆਨਤਾ ਦਾ ਹਿਰਦੇ ਅੰਦਰ ਗਾਫਲਤਾਈ ਹਨੇਰਾ ਹੈ, ਹਜ਼ੂਰ ਕਹਿੰਦੇ ਹਨ ਉਸ ਦੀ ਬੁੱਧੀ ਦੇ ਅੰਦਰ ਗੁਣਾਂ ਦਾ, ਗਿਆਨ ਦਾ, ਸਿਆਣਪਾਂ ਦਾ, ਚਤੁਰਾਈਆਂ ਦਾ ਕਿਸੇ ਵੀ ਪੱਖ ਤੋਂ ਲੈ ਲਓ ਜ਼ਰੂਰ ਪਰ ਜ਼ਰੂਰ ਹੰਕਾਰ ਹੁੰਦਾ ਹੈ। ਤੇ ਉਸ ਹੰਕਾਰ ਕਰਕੇ ਹੀ ਕਿ ਮੈਂ ਬੜਾ ਬੁੱਧੀਮਾਨ ਹਾਂ, ਮੈਂ ਬੜਾ ਅਕਲਵਾਨ ਹਾਂ, ਮੈਂ ਬੜਾ ਗੁਣਵਾਨ ਹਾਂ, ਮੇਰੇ ਜੈਸਾ ਕੋਈ ਗਿਆਨਵਾਨ ਸੰਸਾਰ ਦੇ ਅੰਦਰ ਨਹੀਂ ਹੈ। ਪਰ ਹਜ਼ੂਰ ਕਹਿੰਦੇ ਐਸੇ ਜਿਹੜੇ ਸੰਸਾਰ ਦੇ ਜੀਵ ਹੈ, ਉਹ ਹੰਕਾਰ ਕਰਕੇ ਹੀ ਬਾਰ-ਬਾਰ ਸੰਸਾਰ ਦੇ ਅੰਦਰ ਜਨਮਦੇ ਤੇ ਮਰਦੇ ਰਹਿੰਦੇ ਹੈ। ਜਿਸ ਹਿਰਦੇ ਅੰਦਰ ਅਗਿਆਨ ਦੀ ਗਾਫਲਤਾਈ ਕਰਕੇ, ਬੇਸਮਝਤਾ ਕਰਕੇ, ਮਹਾਰਾਜ ਕਹਿੰਦੇ ਕਦੇ ਗੁਣਾਂ ਦਾ, ਕਦੇ ਗਿਆਨ ਦਾ, ਕਦੇ ਸਿਆਣਪਾ, ਚਤੁਰਾਈਆਂ ਇਤਿਆਦਿ ਕਈ ਤਰ੍ਹਾਂ ਦਾ ਮਨ ਦੇ ਵਿੱਚ ਹੰਕਾਰ ਕਰਦਾ ਹੈ, ਪਰ ਉਹ ਹੰਕਾਰ ਮਨੁੱਖ ਦੇ ਯਤਨ ਕਰਨ ਦੇ ਨਾਲ ਕਦੇ ਦੂਰ ਨਹੀਂ ਹੁੰਦਾ। ਉਹ ਜਿਹੜੀ ਹਉਮੈ ਦੀ ਮੈਲ ਮਨ ਤੇ ਲੱਗੀ ਹੈ, ਸਤਿਗੁਰੂ ਜੀ ਕਹਿੰਦੇ ਅਗਲੇ ਜਨਮ ਦੇ ਵਿੱਚ ਫੇਰ ਜੀਵ ਨੂੰ ਆਗ ਕਰਕੇ ਲੱਗ ਜਾਂਦੀ ਹੈ। ਨਿਮਖ ਨਿਮਖ ਕਰ ਸਰੀਰ ਘਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ। ਭਾਵੇਂ ਨਿਮਖ ਨਿਮਖ ਕਰਕੇ, ਟੁਕੜੇ ਟੁਕੜੇ ਕਰਕੇ ਜੀਵ ਆਪਣੇ ਸਰੀਰ ਨੂੰ ਕਟਵਾ ਲਵੇ, ਪਰ ਫਿਰ ਵੀ ਹਉਮੈ ਦੀ ਮੈਲ ਲਹਿੰਦੀ ਨਹੀਂ ਹੈ। ਤੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਇਹ ਮੈਲ ਕਿਵੇਂ ਲਹਿੰਦੀ ਹੈ? ਹੇ ਜੀਵ, ਸੱਚੇ ਸ਼ਬਦ ਦੁਆਰਾ ਇਸ ਮੈਲ ਨੂੰ ਖੋ ਸਕਦਾ ਹੈ, ਨਿਵਰਤ ਕਰ ਸਕਦਾ ਹੈ, ਮਨ ਤੋਂ ਲਾਹ ਸਕਦਾ ਹੈ। ਸੱਚੇ ਸ਼ਬਦ ਦੁਆਰਾ
ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦਾ ਸਾਬਣ ਲਾ ਕੇ, ਪ੍ਰੇਮ ਦਾ ਜਲ ਪਾ ਕੇ ਮਹਾਰਾਜ ਕਹਿੰਦੇ ਹਉਮੈ ਦੀ ਮੈਲ ਧੋ ਸਕਦਾ ਹੈ। ਨਹੀਂ ਤਾਂ ਹੋਰ ਕਿੰਨੇ ਕਿੰਨੇ ਸੰਸਾਰ ਦੇ ਅੰਦਰ ਜੀਵ ਯਤਨ ਕਰਦੇ ਐ, ਪਰ ਹਉਮੈ ਦੀ ਹੋਂਦ ਨੂੰ ਕਦੇ ਆਪਣੇ ਅੰਦਰੋਂ ਖਤਮ ਨਹੀਂ ਕਰ ਸਕਦੇ। ਹਉਮੈ ਦਾ ਬੀਜ ਕਦੇ ਵੀ ਹਿਰਦਿਓਂ ਮੁੱਕਦਾ ਨਹੀਂ, ਸੜਦਾ ਨਹੀਂ, ਮਰਦਾ ਨਹੀਂ ਹੈ, ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦਾ। ਕਿਉਂਕਿ ਇਹ ਬੜਾ ਭਿਆਨਕ ਰੋਗ ਹੈ। ਹਉਮੈ ਨੂੰ ਰੋਗ ਵੀ ਮਹਾਰਾਜ ਸਾਹਿਬ ਜੀ ਨੇ ਕਿਹਾ ਹਉਮੈ ਦੀਰਘ ਰੋਗ ਹੈ, ਬੜਾ ਡਾਢਾ, ਬੜਾ ਭਿਆਨਕ ਰੋਗ ਹੈ। ਤੇ ਇਸ ਰੋਗ ਨੂੰ ਨਿਵਰਤ ਕਰਨ ਦੇ ਵਾਸਤੇ ਕਹਿੰਦੇ ਸ਼ਬਦ ਦਾ ਦਾਰੂ ਇਹਦੇ ਤੇ ਕਾਟ ਕਰਦਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜਿਵੇਂ ਜਿਵੇਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦਾ, ਜਾਪ ਕਰਦਾ, ਤਿਵੇਂ ਤਿਵੇਂ ਹਉਮੈ ਦੀ ਮੈਲ ਲਹਿੰਦੀ ਜਾਂਦੀ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹੈ ਜੀਵਾ, ਜੇ ਹਉਮੈ ਦੀ ਮੈਲ ਲਾਉਣੀ ਹੈ ਨਾ ਤਾਂ ਸਤ ਸ਼ਬਦ ਮਲ ਖੋਹ। ਸੱਚੇ ਸ਼ਬਦ ਦਾ ਅਭਿਆਸ ਕਰ ਕਰਕੇ ਇਸ ਮੈਲ ਨੂੰ ਖੋਹ ਲੈਣਾ ਕਰ। ਇਸ ਮੈਲ ਨੂੰ ਮਨ ਦੀ ਲੱਗੀ ਹੋਈ ਹਉਮੈ ਦੀ ਮੈਲ ਨੂੰ ਧੋ ਲੈਣਾ ਕਰ। ਸਤਿਗੁਰੂ ਜੀ ਦੇ ਸਨਮੁਖ ਹੋ ਕੇ ਵੀ ਨਿਮਾਣਾ ਹੋ ਕਰਕੇ ਰਿਹਾ ਕਰ। ਪਰ ਖਿਮਾ ਕਰਨਾ ਸਿੰਘ ਗੁਰੂ ਘਰ ਵਿੱਚ ਆ ਕਰਕੇ ਵੀ ਸਾਧ ਸੰਗਤ ਜੀ ਹੰਕਾਰ ਨਹੀਂ ਛੱਡਦੇ, ਗੁਮਾਨ ਨਹੀਂ ਛੱਡਦੇ। ਔਰ ਕਿਸੇ ਪੱਖ ਤੋਂ ਵੀ ਲੈ ਲਈਏ, ਭਾਵੇਂ ਆਤਮਿਕ ਬਲ ਕਰਕੇ, ਭਾਵੇਂ ਸੰਸਾਰ ਦੀ ਪ੍ਰਭਤਾ ਕਰਕੇ, ਕਿ ਜਗਤ ਦੇ ਲੋਕ ਤਾਂ ਮੈਨੂੰ ਬੜਾ ਮਾਣ ਦਿੰਦੇ, ਬੜਾ ਸਤਿਕਾਰ ਦਿੰਦੇ ਹਨ। ਸੰਸਾਰ ਦੇ ਅੰਦਰ ਮੇਰਾ ਬਹੁਤ ਉੱਚਾ ਰੁਤਬਾ ਹੈ, ਮੈਂ ਕਿੰਨੇ ਉੱਚੇ ਤਖਤ ਤੇ ਬੈਠਾ, ਲੋਕ ਮੇਰੀ ਆਓ ਭਗਤ ਕਰਦੇ ਹੈ। ਗੁਰੂ ਘਰ ਆ ਕਰਕੇ ਵੀ ਅਸੀਂ ਆਪਣੀ ਹੈਂਕੜਬਾਜ਼ੀ ਨਹੀਂ ਛੱਡਦੇ। ਪਰ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਆਖ ਰਹੇ ਐ ਗੁਰਸਿੱਖੋ, ਗੁਰੂ ਚਰਨਾਂ ਵਿੱਚ ਆ ਕੇ ਕਦਾਚਿਤ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਤਾਂ ਜ਼ਿੰਦਗੀ ਵਿੱਚ ਉਵੇਂ ਵੀ ਕਰਨਾ, ਕਿਸੇ ਗੱਲੋਂ ਵੀ ਕਰਨਾ ਮਾੜਾ ਹੈ। ਤੇ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਕਾਹਦਾ ਮਾਣ ਕਰਨਾ। ਜੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਰਬ ਜੀਵਾਂ ਨੂੰ ਪੈਦਾ ਕਰਨ ਕਰਕੇ, ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲੇ, ਸਭ ਨੂੰ ਦਾਤਾਂ ਦੇਣ ਵਾਲੇ, ਤੇ ਕਿਹੜੀ ਦਾਤ ਦਾ ਫਿਰ ਮਾਣ ਕਰਦਾ, ਕਿਸ ਗੱਲ ਦਾ ਤੂੰ ਹੰਕਾਰ ਕਰਦਾ, ਕਿਹੜੀਆਂ ਸਿਆਣਪਾਂ ਦਾ, ਕਿਹੜੇ ਗੁਣਾਂ ਦਾ ਤੂੰ ਮਾਣ ਕਰਦਾ। ਜੇ ਸਭ ਦਾਤਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਣ ਵਾਲੇ ਹੈ, ਸਤਿਗੁਰੂ ਜੀ ਸ਼੍ਰੋਮਣੀ ਦਾਤੇ ਹਨ, ਹੇ ਜੀਵ ਤੂੰ ਫਿਰ ਕਾਹਦਾ ਮਾਣ ਤੇ ਹੰਕਾਰ ਕਰਦਾ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ ਹੋ ਨਿਮਾਣਾ ਸਤਿਗੁਰੂ ਅੱਗੇ। ਹੇ ਜੀਵ ਮਹਾਰਾਜ ਸਾਹਿਬ ਜੀ ਦੀ ਸਨਮੁਖ ਹੋ ਕਰਕੇ ਨਿਮਾਣਾ ਹੋ ਕਰਕੇ ਰਿਹਾ ਕਰ। ਜੇ ਤਨ ਕਰਕੇ, ਮਨ ਕਰਕੇ ਜਾਂ ਫਿਰ ਧਨ ਕਰਕੇ, ਤਿੰਨ ਤਰ੍ਹਾਂ ਕਰਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਜਾਂਦੀ ਹੈ। ਸਤਿਗੁਰੂ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰਦੇ ਆ। ਪਰਮਾਤਮਾ ਜਿਹੋ ਜਿਹਾ ਕਿਸੇ ਨੂੰ ਬਲ ਬਖਸ਼ਦਾ ਉਸੇ ਤਰ੍ਹਾਂ ਉਹ ਸੇਵਾ ਕਰਦਾ। ਜਿਸ ਨੂੰ ਤਨ ਕਰਕੇ ਬਲ ਦਿੱਤਾ ਉਹ ਹੱਥੀਂ ਆਪਣੀ ਸੇਵਾ ਕਰਦਾ ਗੁਰੂ ਚਰਨਾਂ ਦੀ, ਗੁਰੂ ਕੀ ਸੰਗਤ ਦੀ। ਤੇ ਜਿਸ ਨੂੰ ਮਨ ਕਰਕੇ ਬਲ ਬਖਸ਼ਿਆ ਉਹ ਭਗਤੀ ਰੂਪ ਸਿਮਰਨ ਰੂਪ ਸੇਵਾ ਕਰਦਾ ਰਹਿੰਦਾ। ਜਿਸ ਨੂੰ ਧਨ ਕਰਕੇ ਪਰਮਾਤਮਾ ਨੇ ਬਲ ਦਿੱਤਾ ਉਹ ਧਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਦਾ। ਪਰ ਮਹਾਰਾਜ ਕਹਿੰਦੇ ਜੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਕਿਸੇ ਵੀ ਤਰ੍ਹਾਂ ਤੂੰ ਸੇਵਾ ਕਰਨੀ ਹੈ, ਸਤਿਗੁਰਾਂ ਦੇ ਸਨਮੁਖ ਹੋ ਕਰਕੇ ਕਦੇ ਮਾਣ ਨਾ ਕਰੀ ਕਿ ਮਹਾਰਾਜ ਜੀ ਮੈਂ ਸੇਵਾ ਕੀਤੀ ਹੈ, ਮਹਾਰਾਜ ਜੀ ਮੈਂ ਸੇਵਾ ਕਰਵਾਈ ਹੈ। ਇਹ ਹੰਕਾਰ ਹੀ ਤੈਨੂੰ ਲੈ ਡੁੱਬ ਪਵੇਗਾ। ਹੰਕਾਰ ਕਰਕੇ ਕੀਤੀ ਹੋਈ ਸੇਵਾ ਦਾ ਪੂਰਾ ਪੂਰਾ ਫਲ ਨਹੀਂ ਤੈਨੂੰ ਪ੍ਰਾਪਤ ਹੋਣ ਵਾਲਾ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਜੂਰ ਦੇ ਗੁਰਬਾਣੀ ਵਿੱਚ ਹੋਰ ਵੀ ਬੜੇ ਪਿਆਰੇ ਬਚਨ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਗੁਰੂ ਚਰਨਾਂ ਦੀ ਸੇਵਾ ਕਰਨੀ ਬੜੀ ਗਾਖੜੀ ਹੈ, ਬੜੀ ਕਠਿਨ ਹੈ, ਬਹੁਤ ਔਖੀ ਹੈ। ਕਿਉਂਕਿ ਗੁਰੂ ਚਰਨਾਂ ਦੀ ਸੇਵਾ ਕਰਨੀ ਨਿਮਰਤਾ ਧਾਰਨ ਕਰਨੀ ਪੈਂਦੀ ਹੈ। ਜੀਵਨ ਦੇ ਅੰਦਰ ਨਿਮਾਣਾ ਹੋ ਕਰਕੇ ਰਹਿਣਾ ਪੈਂਦਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਮਹਾਰਾਜ ਕਹਿੰਦੇ ਹੰਕਾਰ ਰੂਪੀ ਸੀਸ ਵੱਢ ਕੇ ਗੁਰੂ ਚਰਨਾਂ ਦੀ ਸੇਵਾ ਕਰਨੀ ਪੈਂਦੀ ਹੈ ਤਾਂ ਕਿਤੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਰਕੇ ਵਾਹਿਗੁਰੂ ਦੇ ਸਰੂਪ ਰੂਪੀ ਮਾਣ ਨੂੰ ਪ੍ਰਾਪਤ ਕਰੀਦਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਹੋ ਨਿਮਾਣਾ ਸਤਿਗੁਰੂ ਅੱਗੇ।
हे ਜੀਵ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਜੇ ਗੁਰੂ ਚਰਨਾਂ ਵਿੱਚ ਆਉਣ ਦਾ ਸਮਾਂ ਮਿਲਦਾ ਹੈ, ਸ਼ੁਭ ਅਵਸਰ ਪ੍ਰਾਪਤ ਹੁੰਦਾ ਤੇ ਨਿਮਾਣਾ ਹੋ ਕਰਕੇ ਆਇਆ ਕਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣਾ ਹੁੰਦਾ ਤੇ ਨਿਮਰਤਾਵਾਨ ਹੋ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਕਰ। ਮਤ ਕਿਛ ਆਪ ਲਖਾਵਹਿ, ਮਤਾਂ ਕੁਝ ਆਪਣਾ ਆਪ ਲਿਖਾਇਆ ਕਰ, ਆਪਣਾ ਆਪ ਜਿਤਾਇਆ ਕਰ। ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਤਾਂ ਨਿਆਣਿਆਂ ਦੀ ਤਰ੍ਹਾਂ, ਬੱਚਿਆਂ ਦੀ ਤਰ੍ਹਾਂ ਅਗਿਆਤ ਹੋ ਕਰਕੇ ਮਹਾਰਾਜ ਦੇ ਸਨਮੁਖ ਆਇਆ ਕਰ। हे ਮਹਾਰਾਜ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। हे ਮਹਾਰਾਜ, ਤੁਸੀਂ ਸਾਡੇ ਮਾਤਾ ਪਿਤਾ ਹੋ। ਜਿਵੇਂ ਮਾਤਾ ਪਿਤਾ ਬੱਚੇ ਨੂੰ ਮਹਾਰਾਜ ਸਿੱਖਿਆ ਦਿੰਦੇ ਹੈ ਨਾ, ਬੱਚਾ ਬੇਸਮਝ ਹੁੰਦਾ ਹੈ, ਬਾਲਕ ਇਆਣਾ ਹੋਣੇ ਕਰਕੇ ਬੇਸਮਝ ਅਗਿਆਤ ਹੁੰਦਾ ਹੈ, तेवे महाराज आप कृपा करके सानू समझावो। महाराज असीं बार-बार भुल्लां करदे हाँ, आप हे गरीब नवाज माता पिता स्वरूप हो, कृपा करके सानू सोझी बख्शो। महाराज सानू झिड़क करके फिर गल दे नाल लाउण वाले आप हो, आप कृपा करके सानू ज्ञात बख्शिश करो। इस करके महाराज कहंदे मतां किते अपना आप जिताई गुरु चरणां विच आ करके, क्योंकि जे परमेश्वर नूं भावे ना, जे अपना हंकार कोई विद्या दा ज्ञान दा कोई जितावे, पता नहीं परमात्मा की करनी किदां दी फिर जानी है। वो परमेश्वर चाहे तां वड्डे वड्डे विद्वानां नूं मूर्ख बना करके रख देंदा है। साध संगत जी, छोटी हारबला जान करके धन गुरु श्री गुरु हरकृष्ण साहिब महाराज सच्चे पातशाह जी दी लाल चंद पंडित ने हंकार कीता सी ना, कहता कि इन्नी छोटी जी उम्र, छोटी हारबला है, ते नाम तां द्वापर युग दे अवतार कृष्ण भगवान जी तो भी वड्डा रखवाले है। इन्हां दे विच इन्ने गुण होने नहीं है, एवें ही अपना नाम रखा लिया। पर जदों महाराज साहिब जी दे चरणां विच आया, हजूर दे सन्मुख हो करके भी टलिया ना, मान कीता, हंकार कीता अपनी विद्या दा। ते सतगुरां ने फिर साध संगत जी भाई छिजू जी नूं झीवर जाति दे जिहड़े कन्नां तो बोले ते जुबान तो गूंगे सन, हजूर ने अपने हत्थां विच फड़ी हुई छड़ी सीस ते रख करके बख्शिश कर दित्ती। फिर किन्ने किन्ने साध संगत जी गीता दे पाठ श्लोकां दे अर्थ कर करके सुणाए सन। फिर महाराज जी दे चरणां ते टह करके पै गया, नहीं तो पहला अपना आप ही जनाई जांदा सी। इस करके महाराज कहंदे, हे जीव मत किछ आप लिखावहे, मतां किते सतगुरां दे सन्मुख हो करके अपना आप जितावी, निमाणा हो करके रहा कर। अपने अहंकार जगत जलिया, क्योंकि अपने आप दे विच हंकार करने करके ये जगत जलिया सड़दा जा रहा है, बार बार नरकां दी अग दे विच पै रहा है। हंकार करके संसार दे अंदर बार बार सड़दा जा रहा है, हंकार रूपी अग दे भी जगत जल रहा है। मत तू अपना आप गवावहे, इसलिए ही मेरे मना तेनू समझा रहे हाँ, मता तू के ते अपना आप गवा लवी। जिवें संसार दी जीव सड़दे जा रहे हैं ना हंकार दी अग विच, हजूर कहंदे हे मना मता तू भी किते संसार दे जीवां दी तरह अपना आप गवा लवी। बड़ा अमोलक जीवन मिलिया है, अमोलक दात परमात्मा ने मानस जीवन की बख्शिश की है। इसलिए परमात्मा की भगती करके निमाणा हो के रब नूं याद करके परमेश्वर नूं पा लै, दोबारा पता नहीं कदों समा प्राप्त होवे। हे माना है प्राणा तार जी, मता तू भी किते संसार दे अगियात सागत पुरुषां की तरह संसार दे अंदर बार बार हंकार दी अग दे विच सड़ना करे। सतगुर कै भाण करहे कार, गरीब नवाज पूरे सतगुरु जी के भाणे विच रह करके कार करिया कर, सेवा करिया कर। जो महाराज साहिब जी की आग्या है, जो सतगुरु जी का हुक्म है, सतगुरां का हुक्म सिर मत्थे मन्निया कर। जो महाराज साहिब जी का भाणा है, जो गुरु की आग्या है, सतगुरु जी की आग्या नूं सत करके गुरु चरणां की सेवा करिया कर। सतगुर कै भाण लाग रहो, महाराज साहिब जी के भाणे विच आग्या जिंदगी पर लगा रहना कर। क्योंकि जे सतगुरु जी की आग्या विच रहेगा तो सदीवी काल दी सुख पावेगा। जे महाराज साहिब जी तो बेमुख हो गया,
ਹੇ ਮਨਾ ਤੈਨੂੰ ਬਾਰ-ਬਾਰ ਨਰਕਾਂ ਦੀ ਅੱਗ ਦੇ ਵਿੱਚ ਪੈਣਾ ਪਵੇਗਾ। ਹੇ ਮਨਾ ਤੈਨੂੰ ਬਾਰ-ਬਾਰ ਹੰਕਾਰ ਦੀ ਅੱਗ ਵਿੱਚ ਸੜਦਿਆਂ ਹੋਏ ਸੰਸਾਰ ਦੇ ਅੰਦਰ ਜਨਮ ਧਾਰਨ ਕਰਨਾ, ਫਿਰ ਮੌਤ ਦੇ ਮਾਰੇ ਹੋ ਮਰਨਾ ਪਵੇਗਾ। ਤਿਉ ਕਹਿ ਨਾਨਕ ਆਪ ਛੱਡ ਸੁਖ ਪਾਵਹਿ। ਇਹੋ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਖ ਰਹੇ ਆ, ਐ ਗੁਰਸਿੱਖੋ, ਹੇ ਪ੍ਰਾਣਾ ਤਾਰੀ ਜੀਵ ਅਥਵਾ ਹੇ ਮਨਾ, ਤੂੰ ਆਪਣਾ ਆਪ ਛੱਡ ਦੇਣਾ ਕਰ ਕਿ ਮੈਂ ਵੀ ਕੁਝ ਹਾਂ ਸੰਸਾਰ ਦੇ ਅੰਦਰ। ਇਹ ਸਭ ਕੁਝ ਛੱਡ ਦੇ, ਮਨ ਅੰਦਰ ਨਿਮਰਤਾਵਾਨ ਹੋ ਕਰਕੇ ਰਹਿਣਾ ਕਰ। ਜਿਹੜੀ ਆਪਣਤ ਹੈ, ਹੰਕਾਰ ਹੈ ਕਿ ਮੈਂ ਵੀ ਕੁਝ ਹਾਂ ਸੰਸਾਰ ਦੇ ਅੰਦਰ, ਮੈਂ ਵੀ ਹਾਂ ਸੰਸਾਰ ਦੇ ਅੰਦਰ। ਜੇ ਹੋਰ ਸੰਸਾਰ ਦੇ ਲੋਕ ਹੈ ਤੇ ਮੈਂ ਵੀ ਤਾਂ ਕੁਝ ਨਾ ਕੁਝ ਹੈ ਹੀ ਆ ਨਾ ਸੰਸਾਰ ਦੇ ਅੰਦਰ। ਇਹ ਜਿਹੜੀ ਮੈਂ ਮੇਰੀ ਹੈ, ਮਹਾਰਾਜ ਕਹਿੰਦੇ ਹੈ ਮਨਾ ਇਹਨੂੰ ਛੱਡ ਦੇਣਾ ਕਰ। ਮਨ ਨਿਮਾਣਾ ਹੋਏ ਰਹੋ। ਹੇ ਮਨਾ ਤੂੰ ਨਿਮਾਣਾ ਹੋ ਕਰਕੇ ਰਿਹਾ ਕਰ, ਨਿਮਰਤਾਵਾਨ ਹੋ ਕਰਕੇ ਰਿਹਾ ਕਰ। ਜੇ ਨਿਮਰਤਾਵਾਨ ਹੋ ਕਰਕੇ ਰਹੇਗਾ ਤਾਂ ਫਿਰ ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਵਿਸ਼ਿਆਂ ਦੇ, ਵਿਕਾਰਾਂ ਦੇ, ਔਕੜਾਂ ਦੇ ਜਿੰਨੇ ਮਰਜ਼ੀ ਝੱਖੜ ਝੁੱਲਦੇ ਰਹਿਣਗੇ, ਮਹਾਰਾਜ ਕਹਿੰਦੇ ਤੈਨੂੰ ਕੋਈ ਤੋੜ ਨਹੀਂ ਸਕੇਗਾ। ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਚਿੱਤ ਬਿਰਤੀ ਨੂੰ ਕੋਈ ਤੋੜ ਨਹੀਂ ਸਕੇਗਾ। ਜਿਵੇਂ ਤੇਜ਼ ਹਵਾ ਵਗੇ ਤੇ ਜਿਹੜੇ ਸਤ ਸੰਗਤ ਜੀ ਰੁੱਖ ਜਿਹੜੇ ਸਿੱਧੇ ਰਹਿੰਦੇ ਆ ਨਾ, ਲਿਫਦੇ ਨਹੀਂ ਹੈ। ਪਾਣੀ ਦਾ ਤੇਜ਼ ਵਗਾ ਆ ਜਾਵੇ ਬੜੀ ਤੇਜ਼ੀ ਦੇ ਨਾਲ ਤੇ ਸਤ ਸੰਗਤ ਤੋਂ ਟੁੱਟ ਜਾਂਦੇ ਹੈ। ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਕਰਕੇ ਹੱਥ ਦਾ ਪਾਣੀ ਨਾਲ ਹੀ ਲੈ ਜਾਂਦਾ ਹੈ। ਤੇ ਜਿਹੜੇ ਰੁੱਖ ਲਿਫ ਜਾਂਦੇ ਆ ਨਾ ਪਾਣੀ ਅੱਗੇ, ਉਹ ਸਾਧ ਸੰਗਤ ਜੀ ਬਰ ਜਾਂਦੇ, ਫਿਰ ਕੁਝ ਸਮੇਂ ਬਾਅਦ ਉੱਠ ਜਾਂਦੇ ਹੈ। ਉਹਨਾਂ ਦਾ ਜੀਵਨ ਉਸੇ ਤਰ੍ਹਾਂ ਬਰਕਰਾਰ ਰਹਿੰਦਾ। ਤੇ ਮਹਾਰਾਜ ਕਹਿੰਦੇ ਜਿਹੜੇ ਜੀਵ ਆ ਲਿਫਣ ਵਾਲੇ ਰੁੱਖਾਂ ਦੀ ਤਰ੍ਹਾਂ ਨਿਮਰਤਾਵਾਨ ਨਿਮਾਣੇ ਹੋ ਕਰਕੇ ਰਹਿੰਦੇ ਆ ਨਾ, ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਚਿੱਤ ਬਿਰਤੀ ਆ ਨਾ, ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟਦੀ ਨਹੀਂ ਹੈ। ਉਹ ਸੁਖਾਲਾ ਜੀਵਨ ਨਿਰਵਾਹ ਕਰਦੇ ਹੈ। ਤੇ ਜਿਹੜੇ ਆਕੜਿਆਂ ਦੀ ਤਰ੍ਹਾਂ ਹੰਕਾਰੀ ਹੋ ਕਰਕੇ ਰਹਿੰਦੇ, ਉਹ ਟੁੱਟ ਜਾਂਦੇ ਹੈ। ਕਾਲ ਰੂਪੀ ਜਿਹੜਾ ਹੱਥ ਦਾ ਪਾਣੀ ਆਪਣੀ ਲਪੇਟ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਇਸ ਕਰਕੇ ਹੇ ਮਨਾ ਮਨ ਨਿਮਾਣਾ ਹੋਏ ਰਹੋ। ਤੂੰ ਨਿਮਾਣਾ ਹੋ ਕਰਕੇ, ਨਿਮਰਤਾਵਾਨ ਹੋ ਕਰਕੇ ਰਿਹਾ ਕਰ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਉਹ ਸਮਾਂ ਧਨਤਾ ਦੇ ਯੁੱਗ ਹੈ, ਉਹ ਵੇਲਾ ਸੁਭਾਗਾ ਹੈ, ਬੜਾ ਧਨਵਾਨ ਸਮਾਂ ਜਦੋਂ ਮੈਂ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਿਆ ਹਾਂ, ਜਦੋਂ ਮੈਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਪਤਾ ਨਹੀਂ ਸਾਧ ਸੰਗਤ ਜੀ ਕਿੰਨੇ ਕੁ ਜਨਮ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਲੰਘ ਗਏ, ਸਤਿਗੁਰੂ ਜੀ ਦੀ ਜੀਵਨ ਦੇ ਅੰਦਰ ਪ੍ਰਾਪਤੀ ਕੀਤੇ ਤੋਂ ਬਿਨਾਂ, ਪੂਰੇ ਗੁਰੂ ਵਾਲੇ ਲੜ ਬਣੇ ਤੋਂ ਬਿਨਾਂ। ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ ਬਾਣੀ ਅੰਦਰ ਕਿ ਜਿਹੜਾ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਰਹਿੰਦਾ, ਗੁਰੂ ਵਾਲਾ ਨਹੀਂ ਬਣਦਾ, ਉਹਨੂੰ ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਅੰਦਰ ਧਾਰਨੇ ਪੈਂਦੇ ਹਨ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਮਹਾਰਾਜ ਕਹਿੰਦੇ ਭਾਵੇਂ ਗਿਆਨਵਾਨਾਂ ਨੂੰ ਪੁੱਛ ਲਓ, ਜੇ ਸਾਡੇ ਬਚਨਾਂ ਤੇ ਕੋਈ ਸ਼ੰਕਾ ਜਾਪਦਾ ਤਾਂ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਕਦਾ ਚਿੱਤ ਵੀ ਮਹਾਰਾਜ ਕਹਿੰਦੇ ਮੁਕਤੀ ਨਹੀਂ ਪਾ ਸਕਦਾ। ਤੇ ਮਹਾਰਾਜ ਫਿਰ ਕਿਵੇਂ ਮੁਕਤ ਹੋਈਦਾ? ਹਜੂਰ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖਹੁ, ਵਿਣ ਸਤਿਗੁਰ ਮੁਕਤ ਨਾ ਪਾਏ। ਪੂਰੇ ਸਤਿਗੁਰਾਂ ਬਾਝੋਂ ਕਦੇ ਕੋਈ ਮੁਕਤ ਨਹੀਂ ਹੋ ਸਕਿਆ। ਗਰੀਬ ਨਵਾਜ ਮਹਾਰਾਜ ਕਹਿੰਦੇ ਉਹ ਭਾਗਾਂ ਵਾਲਾ ਸਮਾਂ ਜਦੋਂ ਜੀਵਨ ਦੇ ਵਿੱਚ ਪੂਰੇ ਸਤਿਗੁਰੂ ਜੀ ਮਿਲਦੇ ਹੈ। ਬਹੁਤ ਚੰਗਾ ਧੰਨਵਾਦ ਉਹ ਸਮਾਂ ਜਾਣਨਾ ਚਾਹੀਦਾ ਹੈ। ਜੇ ਸਮੇਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਉਹ ਸਤ ਸੰਗਤ ਜੀ ਸਤ ਸੰਗਤ ਕਰਨੇ ਦਾ ਵੀ ਸੁਭਾਗਾ ਸਮਾਂ ਹੈ, ਜਿੱਥੇ ਗਰੀਬ ਨਵਾਜ ਸਤਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੁੰਦੇ ਹਨ। ਸੋ ਸਹੁ ਚਿਤ ਆਇਆ। ਉਹ ਜੋ ਸਹੁ ਮਾਲਕ ਹੈ ਨਾ ਸਾਰੀ ਸ੍ਰਿਸ਼ਟੀ ਦਾ, ਉਹ ਪ੍ਰਮਾਤਮਾ ਚੇਤੇ ਆਇਆ ਹੈ ਸਤਿਗੁਰੂ ਜੀ ਨਾਲ ਮਿਲਣੇ ਕਰਕੇ। ਮਹਾਰਾਜ ਕਹਿੰਦੇ ਬਹੁਤ ਸੁਭਾਗਾ ਸਮਾਂ ਉਸ ਜ਼ਿੰਦਗੀ ਦਾ ਹੈ। ਉਹ ਸਮਾਂ ਧਨਤਾ ਦੇ ਯੋਗ ਹੈ, ਉਹ ਵੇਲਾ ਭਾਗਾਂ ਵਾਲਾ ਜਾਣੋ ਜੇ ਸਮੇਂ ਵਿੱਚ ਪ੍ਰਮਾਤਮਾ ਦੀ ਯਾਦ ਆਉਂਦੀ ਹੈ।
ਜਿਸ ਘੜੀ ਪਲ ਨਿਮਕ ਮਾਤਰ ਸਮੇਂ ਵਿੱਚ ਵੀ ਰੱਬ ਚੇਤੇ ਆਉਂਦਾ ਹੈ, ਉਹ ਜ਼ਿੰਦਗੀ ਦਾ ਸਭ ਤੋਂ ਧੰਨਵਾਨ ਭਾਗਾਂ ਵਾਲਾ ਸਮਾਂ ਜਾਣਨਾ ਕਰ। ਆਨੰਦ ਸਹਿਜ ਭਇਆ। ਮਹਾਨ ਹਿਰਦੇ ਅੰਦਰ ਵਾਹਿਗੁਰੂ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ। ਮਹਾ ਆਨੰਦ ਸਹਿਜ ਭਇਆ, ਤੇ ਸਹਿਜ ਮਨ ਜਿਹੜਾ ਸੀ ਭਟਕਦਾ ਹੋਇਆ ਸ਼ਾਂਤ ਹੋ ਜਾਣਾ ਕੀਤਾ। ਸਹਿਜ ਨਾਮ ਗਿਆਨ ਦਾ ਵੀ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਭਇਆ ਹੋ ਗਿਆ ਹੈ। ਮਨ ਤਨ ਸੁਖ ਪਾਇਆ। ਮਨ ਕਰਕੇ ਵੀ ਤਨ ਕਰਕੇ ਵੀ ਸੁਖ ਪ੍ਰਾਪਤ ਕਰ ਲਿਆ। ਜੇ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਰੱਬ ਚੇਤੇ ਆਇਆ। ਜਿਹੜਾ ਮਨ ਕਦੇ ਸ਼ਾਂਤ ਨਹੀਂ ਸੀ ਨਾ ਹੁੰਦਾ, ਮਨ ਭਟਕਦਾ ਰਹਿੰਦਾ ਸੀ ਜਾਂ ਵਿਸ਼ਿਆਂ ਦੀ ਵਿਕਾਰਾਂ ਦੀ ਅੱਗ ਦੇ ਵਿੱਚ ਤਪਦਾ ਰਹਿੰਦਾ ਸੀ, ਈਰਖਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਸੀ, ਉਹ ਮਨ ਵੀ ਮਹਾਰਾਜ ਕਹਿੰਦੇ ਸ਼ਾਂਤ ਹੋ ਗਿਆ। ਜਦੋਂ ਸਹੁ ਚਿੱਤ ਆਇਆ, ਜਦੋਂ ਮਾਲਕ ਰੱਬ ਚਿੱਤ ਵਿੱਚ ਆ ਗਿਆ, ਪਰਮਾਤਮਾ ਦਾ ਚਿੰਤਨ ਕੀਤਾ, ਚਿੱਤ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ, ਮਨ ਵੀ ਸੀਤਲ ਹੋ ਗਿਆ। ਫਿਰ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦੇ ਪਰਮ ਸੁਖ ਨੂੰ ਪਾਇਆ ਹੈ। ਸੋ ਸਭ ਚਿਤ ਆਇਆ ਮਨ ਵਸਾਇਆ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਚੇਤੇ ਆਇਆ, ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ ਅੰਦਰ ਵਸਾ ਲੈਣਾ ਕੀਤਾ। ਮਨ ਵਸਾਇਆ, ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਨੂੰ ਪਰਮਾਤਮਾ ਸਦਾ ਹੀ ਚੇਤੇ ਆਉਂਦਾ। ਜਿਸ ਹਿਰਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਵਸ ਜਾਂਦੀ ਹੈ, ਜੋ ਪਰਮਾਤਮਾ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲੈਂਦੇ ਆ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ਹੈ, ਪਰਮਾਤਮਾ ਨੂੰ ਸਦਾ ਹੀ ਯਾਦ ਕਰਦੇ ਹਨ। ਅਵਗਣ ਸਭ ਵਿਸਾਰੇ। ਪਰਮਾਤਮਾ ਨੇ ਤਿਨਾਂ ਦੇ ਹਿਰਦਿਓਂ ਸਾਰੇ ਅਵਗਣ ਵਿਸਰਜਨ ਕਰ ਦਿੱਤੇ, ਵਿਸਾਰ ਦਿੱਤੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਮਹਾਰਾਜ ਕਹਿੰਦੇ ਤਿੰਨਾਂ ਵਡਭਾਗੇ ਪੁਰਖਾਂ ਨੇ ਅਵਗਣ ਸਭ ਵਿਸਾਰੇ, ਸਭ ਅਵਗਣ ਵਿਸਾਰ ਦਿੱਤੇ, ਭੁਲਾ ਦਿੱਤੇ, ਕਦੇ ਅਵਗਣਾਂ ਨੂੰ ਯਾਦ ਹੀ ਨਹੀਂ ਕਰਦੇ। ਜਦੋਂ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੋਈ ਹੈ, ਸਾਧ ਸੰਗਤ ਜੀ, ਵਾਲਮੀਕ ਜੀ ਬਟਵਾਰਾ, ਪਹਿਲਾਂ ਬਟਵਾਰਾ ਕਿਹਾ ਜਾਂਦਾ ਸੀ ਨਾ, ਰਾਹ ਦੇ ਵਿੱਚ ਡਾਕੇ ਮਾਰਨੇ, ਹੱਥ ਵਿੱਚ ਗੰਡਾਸਾ ਫੜਿਆ ਹੁੰਦਾ ਸੀ, ਪਹਿਲਾਂ ਬੰਦੇ ਨੂੰ ਮਾਰਨਾ ਤੇ ਬਾਅਦ ਵਿੱਚ ਖੀਸਾ ਫੋਲਣਾ, ਇਹ ਪਹਿਲੀ ਜ਼ਿੰਦਗੀ ਸੀ। ਬਾਅਦ ਵਿੱਚ ਨਾਮ ਜਪ ਕਰਕੇ ਪਰਮਾਤਮਾ ਦੀ ਭਗਤੀ ਕਰਕੇ ਕਿੰਨਾ ਉੱਚਾ ਜੀਵਨ ਬਣਾ ਲਿਆ, ਪਰ ਪਹਿਲਾਂ ਕਿੰਨੇ ਅਵਗੁਣਾਂ ਨੂੰ ਧਾਰਨ ਕੀਤਾ ਸੀ ਨਾ। ਨਾਮ ਜਪਣ ਤੋਂ ਪਹਿਲਾਂ ਪਾਪੀ ਕਿਹਾ ਜਾਂਦਾ ਸੀ, ਵਾਲਮੀਕ ਬਟਵਾਰਾ ਕਹਿ ਕਰਕੇ ਸੰਸਾਰ ਦੇ ਅੰਦਰ ਯਾਦ ਕਰਦੇ ਸਨ। ਪਰ ਗਰੀਬ ਨਵਾਜ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਜਦੋਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਮਿਲੀ ਹੈ ਨਾ, ਭਾਵੇਂ ਉਹਨਾਂ ਨੂੰ ਵੀ ਮਾਰਨ ਦੇ ਵਾਸਤੇ ਤਿਆਰ ਸੀਗਾ, ਪਰ ਕਮਾਈ ਵਾਲਿਆਂ ਦੇ ਜਿਹੜੇ ਬਚਨ ਆ ਨਾ, ਉਹ ਮਨ 'ਤੇ ਅਸਰ ਕਰ ਜਾਂਦੇ ਆ। ਬੰਦਗੀ ਵਾਲਿਆਂ ਦੇ ਜਿਨ੍ਹਾਂ ਨੇ ਅਭਿਆਸ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੈ, ਉਹ ਸੁਭਾਵਿਕ ਹੀ ਉਹਨਾਂ ਨੇ ਬਚਨ ਕੀਤਾ, ਭਲਿਆ ਸਾਡੇ ਕੋਲ ਕੀ ਹੈ? ਕਹਿੰਦਾ ਕਿ ਗੇਰੂ ਦੇ ਕੱਪੜੇ ਇਹੋ ਦੇ ਦਿਓ ਜੋ ਤੁਹਾਡੇ ਕੋਲ ਹੈਗਾ। ਮੇਰੀ ਮਾਂ ਬੜੀ ਸਿਆਣੀ, ਆਪੇ ਕਿਸੇ ਨਾ ਕਿਸੇ ਕੰਮ ਉਹਨੇ ਲਾ ਲੈਣੇ ਆ। ਤੇ ਫਿਰ ਕਹਿਣ ਲੱਗੇ, ਚੱਲ ਇੱਕ ਗੱਲ ਦੱਸ, ਜਿੰਨਾ ਬਦਲੇ ਤੂੰ ਪਾਪ ਕਰਮ ਕਰਦਾ, ਇੱਕ ਵਾਰ ਉਹਨਾਂ ਨੂੰ ਪੁੱਛ ਕਰਕੇ ਆ ਕਿ ਅੰਤ ਸਮੇਂ ਤੇਰੇ ਸਹਾਇਕ ਬਣਨਗੇ? ਤੂੰ ਜੀਵਾਂ ਦੀ ਹੱਤਿਆ ਕਰੀ ਜਾਣਾ, ਪਹਿਲਾਂ ਮਾਰਦਾ ਬਾਅਦ ਵਿੱਚ ਖੀਸਾ ਖੋਲਦਾ। ਕਹਿੰਦਾ ਨਾ ਜੀ ਨਾ, ਤੁਸੀਂ ਮੈਨੂੰ ਆਲੇ ਟਾਲੇ ਪਾ ਰਹੇ ਹੋ, ਮੈਂ ਨਹੀਂ ਘਰ ਵਿੱਚ ਪੁੱਛਣ ਵਾਸਤੇ ਜਾਣਾ। ਕਹਿੰਦੇ ਸੀ ਜਾਮਨ ਰਹੇ, ਮਨ 'ਤੇ ਅਸਰ ਹੋਇਆ ਬਚਨਾਂ ਦਾ, ਘਰ ਗਿਆ, ਮਾਤਾ ਪਿਤਾ ਨੂੰ ਪੁੱਛਿਆ ਕਿ ਤੁਹਾਡੇ ਕਰਕੇ ਮੈਂ ਹੱਤਿਆ ਕਰਦਾ, ਜੀਵਾਂ ਨੂੰ ਮਾਰ ਦੇਣਾ, ਕਿ ਅੰਤ ਸਮੇਂ ਤੁਸੀਂ ਮੇਰੇ ਸਹਾਇਕ ਹੋਵੋਗੇ? ਕਹਿਣ ਲੱਗੇ ਨਾ, ਅਸੀਂ ਕਿਉਂ ਤੇਰੇ ਸਹਾਇਕ ਹੋਣਾ, ਤੈਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਹੁਣ ਜਿੱਦਾਂ ਮਰਜ਼ੀ ਕਮਾਈ ਕਰ, ਜਿੱਦਾਂ ਦੀ ਕਮਾਈ ਕਰੇਗਾ ਉੱਦਾਂ ਦਾ ਫਲ ਤੈਨੂੰ ਭੁਗਤਣਾ ਪੈਣਾ। ਫਿਰ ਪਤਨੀ ਨੂੰ, ਪੁੱਤਰ ਨੂੰ ਪੁੱਛਿਆ, ਉਹ ਵੀ ਕਹਿਣ ਲੱਗੀ ਕਿ ਮੈਂ ਤੇਰੀ ਲੜ ਲੱਗੀ ਆ, ਮੈਂ ਕਿਵੇਂ ਅੰਤ ਵੇਲੇ ਤੇਰੀ ਸਹਾਇਕ ਬਣ ਸਕਦੀ, ਪਾਪ ਕਰਮਾਂ ਦੇ ਤੈਨੂੰ ਆਪ ਹੀ ਫਲ ਭੋਗਣਾ ਪੈਣਾ। ਐਸੀ ਮਨ ਨੂੰ ਠੋਕਰ ਵੱਜੀ ਤੇ ਉਸੇ ਥਾਂ ਤੇ ਮਹਾਤਮਾ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ। ਆ ਕੇ ਕਹਿਣ ਲੱਗੇ, ਕਹਿੰਦੇ ਕਿ ਮਹਾਰਾਜ ਕਿਰਪਾ ਕਰੋ, हे ਮਹਾਤਮਾ ਜੀ, ਮੈਨੂੰ ਸ਼ੁਭ ਉਪਦੇਸ਼ ਦੇਵੋ, ਜਿਸ ਕਰਕੇ ਰਹਿੰਦੀ ਜ਼ਿੰਦਗੀ ਮੇਰੀ ਜਿਹੜਾ ਸਮਾਂ ਹੈ ਚੰਗੇ ਲੇਖੇ ਲੱਗ ਜਾਵੇ। ਮੈਂ ਜ਼ਿੰਦਗੀ ਭਰ ਪਾਪ ਕਰਮ ਕਰਦਾ, ਜਿੰਨਾ ਬਦਲੇ ਮੈਂ ਪਾਪ ਕਰਮ ਕਰਦਾ ਸਭ ਨੇ ਸਿਰ ਫੇਰ ਦਿੱਤਾ, ਕਹਿੰਦੇ ਅਸੀਂ ਨਹੀਂ ਤੇਰੇ ਸਹਾਇਕ ਬਣ ਸਕਦੇ। ਤਾਂ ਹੀ ਗੁਰਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ
ਤਾੜਨਾ ਕਰਦੇ ਨਾ, ਹੇ ਜੀਵ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਧ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਿਬੇਰਾ ਤੇਰੇ ਜੀਅ ਪਹਿ ਲੀਜੈ। हे ਮਨਾ ਭੁੱਲ ਕੇ ਕਿਤੇ ਛਲ ਕਰਕੇ ਪਾਪ ਕਰਮ ਕਰੀ, ਝੂਠੀ ਕਮਾਈ ਕਰੀ, ਤੇਰੇ ਤੋਂ ਅੰਤ ਸਮੇਂ ਜਿਹੜਾ ਇਹ ਮਹਾਰਾਜ ਕਹਿੰਦੇ ਹਿਸਾਬ ਕਿਤਾਬ ਲਿਆ ਜਾਵੇਗਾ। ਜਦੋਂ ਮਹਾਤਮਾ ਦੇ ਚਰਨਾਂ ਤੇ ਆ ਕੇ ਸੀਸ ਰੱਖਿਆ, ਫਿਰ ਸ਼ੂਦਰ ਜਾਣ ਕਰਕੇ ਰਾਮ ਦੀ ਥਾਂ ਤੇ ਮਾਰਾ ਮਾਰਾ ਦਾ ਉਪਦੇਸ਼ ਦੇ ਦਿੱਤਾ ਕਿ ਮਾਰਾ 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 ਕਹੀ ਜਾਪੇ, ਰਾਮ ਮੂੰਹ ਤੋਂ ਨਿਕਲੂਗਾ ਹੀ ਨਾ। ਤੇ ਲੰਬੇਰਾ ਸਮਾਂ ਜਦੋਂ ਤਪ ਕੀਤਾ, ਫਿਰ ਸਾਰੇ ਦੇ ਸਾਰੇ ਔਗਣ ਹੀ ਵਿਸਰ ਗਏ ਸਨ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਆਉਣੇ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਸੋ ਸਹੁ ਚਿਤ ਆਇਆ ਮਨ ਵਸਾਇਆ, ਅਵਗੁਣ ਸਭ ਵਿਸਾਰੇ। ਤੇ ਇਹਨਾਂ ਨੇ ਸਭ ਆਪਣੀ ਜ਼ਿੰਦਗੀ ਦੇ ਅਵਗੁਣ ਛੱਡ ਦਿੱਤੇ ਜਦੋਂ ਪ੍ਰਮਾਤਮਾ ਹਿਰਦੇ ਅੰਦਰ ਆ ਗਿਆ। ਸਾਧ ਸੰਗਤ ਜੀ, ਬੜੇ ਗੁਰਮੁਖ ਪਿਆਰੇ ਹਨ। ਅਸੀਂ ਵੀ ਇਸ ਸੰਸਾਰ ਦੇ ਅੰਦਰ ਕਲਯੁਗੀ ਜੀਵ, ਜ਼ਿੰਦਗੀ ਵਿੱਚ ਕਿੰਨੀਆਂ ਕਿੰਨੀਆਂ ਸਾਡੇ ਸਭ ਤੋਂ ਭੁੱਲਾਂ ਹੋਈਆਂ ਨੇ, ਕਿੰਨੇ ਕਿੰਨੇ ਭੁੱਲਾਂ ਹੋ ਜਾਂਦੀ ਹੈ, ਕਿੰਨੇ ਕਿੰਨੇ ਪਾਪ ਕਰਮ ਕਰਦੇ ਰਹਿੰਦੇ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਜੀਵ ਲੜ ਲੱਗ ਜਾਂਦੇ ਹੈ ਨਾ, ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਵਸ ਜਾਂਦੀ ਹੈ, ਫਿਰ ਸੰਸਾਰ ਦੇ ਜਿਹੜੇ ਔਗਣ ਹੈ ਨਾ, ਔਗਣਾ ਪਰੇ ਕਰਮ ਕਰਦਾ ਫਿਰ ਵਿਸਰ ਜਾਂਦੇ, ਚੇਤਾ ਭੁੱਲ ਜਾਂਦਾ। ਉਹਨਾਂ ਨੂੰ ਭੁਲਾ ਕੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ। ਫਿਰ ਨਹੀਂ ਕਦੇ ਔਗਣਾਂ ਨੂੰ ਚੇਤੇ ਕਰਦਾ, ਫਿਰ ਨਹੀਂ ਕਦੇ ਔਗਣਾਂ ਨੂੰ ਯਾਦ ਕਰਦਾ ਕਿ ਮੈਂ ਹੁਣ ਫੇਰ ਪਾਪ ਕਰਮ ਕਰ ਲਵਾਂ। ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵਸਣੇ ਕਰਕੇ ਅਵਗੁਣ ਸਭ ਵਿਸਾਰੇ। ਜੀਵ ਨੇ ਸਭ ਔਗਣਾਂ ਨੂੰ ਵਿਸਰਜਨ ਕਰ ਦਿੱਤਾ ਹੈ। ਜੇ ਪ੍ਰਮਾਤਮਾ ਨੂੰ ਭਾਏ ਨਾ, ਤਾਂ ਜੀਵ ਦੇ ਹਿਰਦੇ ਅੰਦਰ ਸ਼ੁਭ ਗੁਣ ਪ੍ਰਗਟ ਹੁੰਦੇ ਹਨ। ਨਹੀਂ ਤਾਂ ਔਗਣ ਹੀ ਇਕੱਠੇ ਕਰਦਾ ਰਹਿੰਦਾ ਜ਼ਿੰਦਗੀ ਭਰ। ਕਦੇ ਕਿਸੇ ਦਾ ਔਗਣ ਦੇਖ ਲਿਆ, ਕਦੇ ਕਿਸੇ ਦਾ ਔਗਣ ਦੇਖ ਕਰਕੇ ਇਕੱਠੇ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਨੂੰ ਭਾਵੇ, ਜੇ ਵਾਹਿਗੁਰੂ ਦੇ ਭਾਣੇ ਵਿੱਚ ਚੱਲੇ ਤਾਂ ਸ਼ੁਭ ਗੁਣ ਪ੍ਰਗਟ ਹੁੰਦੇ ਹੈ। ਔਗਣ ਪ੍ਰਮਾਤਮਾ ਹਿਰਦੇ ਵਿੱਚੋਂ ਨਾਸ਼ ਕਰ ਦਿੰਦਾ, ਸ਼ੁਭ ਗੁਣ ਪੈਦਾ ਕਰ ਦਿੰਦਾ ਹੈ। ਸਤਿਗੁਰੂ ਜੀ ਨੇ ਆਪ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਤਿਨਾਂ ਦੇ ਹਿਰਦੇ ਨੂੰ ਆਪ ਕਿਰਪਾ ਕਰਕੇ ਸਵਾਰਿਆ ਹੈ। ਸ਼ੁਭ ਗੁਣਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਨੇ ਸਵਾਰ ਦਿੱਤਾ, ਸ਼ਿੰਗਾਰ ਦਿੱਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਐ ਗੁਰਸਿੱਖੋ, ਉਹ ਵਾਹਿਗੁਰੂ ਦੇ ਪਿਆਰੇ ਜਨ ਪਰਮਾਤਮਾ ਦੇ ਘਰ ਪ੍ਰਵਾਨਿਕ ਹਨ, ਮੰਨਣ ਯੋਗ ਹਨ, ਪ੍ਰਵਾਨ ਹੋ ਗਏ ਹਨ, ਜਿਨ੍ਹਾਂ ਨੇ ਇੱਕ ਪਰਮੇਸ਼ਰ ਦਾ ਨਾਮ ਦ੍ਰਿੜਿਆ, ਪਰਪੱਕ ਕਰ ਲਿਆ ਹੈ, ਹਿਰਦੇ ਅੰਦਰ ਵਸਾ ਲਿਆ ਹੈ। ਕਦੇ ਵੀ ਪਰਮੇਸ਼ਰ ਦਾ ਨਾਮ ਵਿਸਾਰਦੇ ਨਹੀਂ ਹਨ। ਤਿੰਨਾਂ ਨੇ ਆਪਣੇ ਹਿਰਦਿਓਂ ਦੁਤੀਆ ਜਿਹੜੀ ਦਵੈਸ਼ ਭਾਵਨਾ, ਦੁਤੀਆ ਦੁੰਦਵਾਦ ਦੁਬਦਾ। ਮਹਾਰਾਜ ਕਹਿੰਦੇ ਦਵੈਸ਼ ਭਾਵਨਾ ਵਾਲਾ ਜਿਹੜਾ ਪਿਆਰ ਹੈ ਨਾ, ਹਿਰਦਿਓਂ ਚੁਕਾਇਆ, ਚੁੱਕ ਦਿੱਤਾ। ਪਰਮਾਤਮਾ ਨੇ ਉਹਨਾਂ ਦੇ ਹਿਰਦੇ ਵਿੱਚੋਂ ਦਵੈਸ਼, ਸੰਸਾਰ ਦਾ ਜਿਹੜਾ ਝੂਠਾ ਪਿਆਰ ਦੂਰ ਕਰ ਦਿੱਤਾ ਹੈ। ਜਿਸ ਹਿਰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕਰਕੇ ਸਵਾਰ ਦਿੱਤਾ ਹੈ, ਜਿਸ ਹਿਰਦੇ ਅੰਦਰ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੀ ਪਰਪੱਕਤਾ ਕਰ ਦਿੱਤੀ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਨਾਲ ਸੰਸਾਰ ਦੇ ਅੰਦਰ ਪਿਆਰ ਨਹੀਂ ਪਾਵਦੇ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹਰ ਸਮੇਂ ਪਰਮੇਸ਼ਰ ਨੂੰ ਪਿਆਰ ਦੇ ਵਿੱਚ ਭਿੱਜ ਕਰਕੇ ਯਾਦ ਕਰਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਹਨ ਕਿ ਉਹ ਵੇਲਾ ਧੰਨਤਾ ਦੇ ਯੋਗ ਹੈ ਜਦੋਂ ਅਸੀਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਾਂ। ਕਿਉਂਕਿ ਸਤਿਗੁਰੂ ਜੀ ਦਾ ਵੀ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਵਡੇਰੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਪਹਿਲਾਂ ਕਰਮ ਕਾਂਡ ਕਰਨੇ, ਗੰਗਾ ਇਸ਼ਨਾਨ ਵਾਸਤੇ ਜਾਣਾ ਕਿ ਇਹੋ ਹੀ ਜ਼ਿੰਦਗੀ ਦੀ ਸਫਲਤਾ ਹੈ। ਪਰ ਜਦੋਂ ਮਨ ਨੂੰ ਠੋਕਰ ਵੱਜੀ ਤੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਸਨ ਬੀਬੀ ਅਮਰੋ ਜੀ ਦੇ ਨਾਲ। ਗੁਰੂ ਵਾਲੇ ਬਣੇ, ਗੁਰੂ ਚਰਨਾਂ ਦੀ ਸੇਵਾ ਕੀਤੀ। ਮਹਾਰਾਜ ਸਤਿਗੁਰੂ ਜੀ ਨੂੰ ਫਿਰ ਗੁਰਿਆਈ ਦੀ ਦਾਤ ਪ੍ਰਾਪਤ ਹੋਈ
ਤੇ ਹਜੂਰ ਕਹਿੰਦੇ ਹਨ ਉਹ ਅਸੀਂ ਭਾਗਾਂ ਵਾਲਾ ਸਮਾਂ ਗਿਣਦੇ ਜਦੋਂ ਅਸੀਂ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਸਾਂ। ਸੋ ਸਭ ਜਿਤ ਆਇਆ ਔਰ ਸਹੁ ਮਾਲਕ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮਾਤਮਾ ਸਾਡੇ ਚਿੱਤ ਵਿੱਚ ਆਇਆ, ਉਹ ਭਾਗਾਂ ਵਾਲਾ ਸਮਾਂ ਜਾਣਨਾ ਚਾਹੀਦਾ ਹੈ। ਇੱਕ ਜੰਤ ਭਰਮ ਭੁੱਲੇ ਇੱਕ ਸੰਸਾਰ ਦੇ ਐਸੇ ਜੀਵ ਜੰਤੂ ਹੈ ਜਿਹੜੇ ਭਰਮਾਂ ਵਿੱਚ ਪੈ ਕੇ ਪਰਮਾਤਮਾ ਨੂੰ ਭੁਲਾਈ ਬੈਠੇ ਹਨ, ਸਤਿਗੁਰੂ ਜੀ ਤੋਂ ਵੀ ਬੇਮੁਖ ਹੋ ਗਏ ਹਨ ਭਰਮਾਂ ਦਾ ਸ਼ਿਕਾਰ ਹੋ ਕਰਕੇ। ਸਾਧ ਸੰਗਤ ਜੀ, ਖਡੂਰ ਸਾਹਿਬ ਦੇ ਅੰਦਰ ਜਿਹੜੇ ਖਹਿਰੇ ਜੱਟ ਸਨ, ਤਿਨਾਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ, ਕਿਉਂਕਿ ਜਿਹੜਾ ਤਪਾ ਸੀ ਨਾ ਉਹਦੇ ਮਨ ਵਿੱਚ ਬੜੀ ਈਰਖਾ ਸੀ। ਗੁਰੂ ਚਰਨਾਂ ਵਿੱਚ ਬੇਅੰਤ ਸਿੱਖ ਸੰਗਤਾਂ ਆਉਂਦੀਆਂ ਤੇ ਇਹਦੇ ਤੋਂ ਦੇਖ ਕਰਕੇ ਜਰਿਆ ਨਹੀਂ ਸੀ ਜਾਂਦਾ। ਈਰਖਾ ਦੇ ਨਾਲ ਹਿਰਦਾ ਉਹਦਾ ਸੜਦਾ ਸੀ, ਮਨ ਸ਼ਾਂਤ ਨਹੀਂ ਸੀ ਹੁੰਦਾ ਕਿ ਇਹਨਾਂ ਦੇ ਕੋਲ ਇੰਨੀਆਂ ਸੰਗਤਾਂ ਚੱਲ ਕਰਕੇ ਆਉਂਦੀਆਂ, ਚੰਗੇ ਚੰਗੇ ਉਪਹਾਰ ਭੇਟਾਵਾਂ ਲਿਆ ਕਰਕੇ ਅਰਪਣ ਕਰਦੀਆਂ ਨੇ, ਤੇ ਦੇਖ ਕਰਕੇ ਜ਼ਰਿਆ ਨਹੀਂ ਸੀ ਜਾਂਦਾ। ਇਉਂ ਬੜੀ ਫਿਰ ਵਿਉਂਤ ਦੇ ਨਾਲ ਤਰੀਕੇ ਦੇ ਨਾਲ ਜਿਹੜੇ ਖਹਿਰੇ ਜੱਟ ਸਨ ਉਹਨਾਂ ਨੂੰ ਕਹਿ ਦਿੱਤਾ ਕਿ ਜੇਕਰ ਇਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦੇਵੋ, ਇਹ ਗ੍ਰਿਸ਼ਤੀ ਇਹਨਾਂ ਕਰਕੇ ਮੀਂਹ ਨਹੀਂ ਪੈਂਦਾ ਪਿਆ, ਵਰਖਾ ਨਹੀਂ ਸੀ ਹੋਈ, ਲੰਬਾ ਸਮਾਂ ਲੰਘ ਗਿਆ ਸੀ, ਇਹਨਾਂ ਨੂੰ ਬਾਹਰ ਕੱਢ ਦੇਵੋ ਨਗਰ ਦੇ ਵਿੱਚੋਂ, ਤਾਂ ਫਿਰ ਵਰਖਾ ਪਵੇਗੀ, ਮੀਂਹ ਪਵੇਗਾ। ਤੇ ਭੋਲੇ ਭਾਲੇ ਜਿਹੜੇ ਖਹਿਰੇ ਜੱਟ ਸੀ ਨਾ, ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਸਤਿਗੁਰੂ ਜੀ ਤੁਸੀਂ ਨਗਰ ਦੇ ਵਿੱਚੋਂ ਚਲੇ ਜਾਵੋ, ਮਹਾਰਾਜ ਜਿੱਦਾਂ ਕਾਲ ਪੈ ਜਾਵੇਗਾ। ਤੇ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਜੀ ਨੇ ਫਿਰ ਜਾਣ ਕਰਕੇ ਕਿ ਸਾਰੀ ਜਿਤਨੀ ਵੀ ਇਹ ਵਿਉਂਤਬੰਦੀ ਹੈ ਨਾ, ਇਹ ਸਾਰੀ ਚਲਾਕੀ ਉਸ ਤਪੇ ਦੀ ਹੈ, ਪਰ ਹਜੂਰ ਨੇ ਕੁਝ ਵੀ ਮੁਖ ਤੋਂ ਨਾ ਕਿਹਾ। ਕਹਿਣ ਲੱਗੇ ਠੀਕ ਹੈ ਭਾਈ, ਜੇ ਸਾਡੇ ਨਗਰ ਵਿੱਚੋਂ ਬਾਹਰ ਜਾਣ ਤੇ ਤੁਹਾਡਾ ਭਲਾ ਹੁੰਦਾ ਹੈ, ਸੁਖੀ ਵਸਦੇ ਹੋ, ਤੇ ਅਸੀਂ ਚਲੇ ਜਾਂਦੇ ਹਾਂ, ਸਾਨੂੰ ਨਹੀਂ ਕੋਈ ਫਰਕ ਪੈਂਦਾ। ਤੇ ਮਹਾਰਾਜ ਬਾਹਰ ਜਾ ਜਦੋਂ ਚਲੇ ਗਏ ਨਾ ਨਗਰ ਤੋਂ, ਤੇ ਮੀਂਹ ਫੇਰ ਵੀ ਨਹੀਂ ਸੀ ਪਿਆ ਸਾਧ ਸੰਗਤ ਜੀ। ਤੇ ਫਿਰ ਜਦੋਂ ਨਗਰ ਦੇ ਲੋਕਾਂ ਨੇ ਮਿਲ ਕਰਕੇ ਤਪੇ ਨੂੰ ਬਹੁਤ ਜ਼ਿਆਦਾ ਕੁਟਾਪਾ ਚਾੜਿਆ, ਵਾਣ ਦੇ ਵਿੱਚ ਕਦੀ ਇੱਧਰ ਘਸੀਟਦੇ ਗਏ, ਜਿੱਧਰ ਜਿੱਧਰ ਵੀ ਖੜਦੇ ਸਨ ਉਧਰ ਉਧਰ ਬਹੁਤਾ ਮੀਂਹ ਪਈ ਜਾਂਦਾ ਸੀ। ਬੜੀ ਲੰਬੀ ਗਾਥਾ ਹੈ। ਤਾਂ ਹਜੂਰ ਕਹਿੰਦੇ ਜਿਹੜੇ ਭੁੱਲ ਜਾਂਦੇ ਆ ਨਾ, ਇੱਕ ਜੰਤ ਭਰਮ ਭੁੱਲੇ, ਸਤਿਗੁਰੂ ਜੀ ਕਹਿੰਦੇ ਹਨ ਉਹ ਭਰਮ ਦਾ ਸ਼ਿਕਾਰ ਹੋ ਕਰਕੇ, ਮਰਦੇ ਭਰਮ ਦਾ ਪਰਦਾ ਪੈਣੇ ਕਰਕੇ ਵਾਹਿਗੁਰੂ ਤੋਂ ਭੁੱਲ ਗਏ ਹਨ। ਤੈਨ ਸਹਿ ਆਪ ਭੁਲਾਏ ਜਾਣੋ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਆਪ ਹੀ ਭੁਲਾਇਆ, ਆਪ ਹੀ ਮਨ ਤੇ ਪਰਦਾ ਪਾ ਕਰਕੇ ਭੁਲਾਇਆ। ਕੀ ਕਾਰਨ? ਕਿਉਂਕਿ ਪ੍ਰਮਾਤਮਾ ਜਦੋਂ ਕੋਈ ਕਰਮਾਂ ਦਾ ਚੰਗੇ ਜਾਂ ਮੰਦੇ ਕਰਮਾਂ ਦਾ ਫਲ ਦੇਣਾ ਹੁੰਦਾ ਨਾ ਕੋਈ ਵਿਧ ਬਣਾ ਦਿੰਦਾ, ਕੋਈ ਨਾ ਕੋਈ ਬਹਾਨਾ ਬਣਾ ਦਿੰਦਾ। ਜ਼ਿੰਦਗੀ ਵਿੱਚ ਇੱਦਾਂ ਦੀ ਵਿਧ ਬਣ ਜਾਂਦੀ ਹੈ ਕਿ ਉਹ ਫਲ ਉਹ ਬੰਦੇ ਨੂੰ ਜ਼ਰੂਰ ਮਿਲਦਾ ਜਿਹੜਾ ਪੂਰਬਲੇ ਜਨਮ ਦੇ ਵਿੱਚ ਚੰਗਾ ਜਾਂ ਮੰਦਾ ਕੀਤਾ ਹੁੰਦਾ। ਤੇ ਤਿੰਨਾਂ ਨੂੰ ਭੁਲਾ ਦਿੱਤਾ ਸੀ ਨਾ ਨਗਰ ਦੇ ਲੋਕਾਂ ਨੂੰ, ਭੋਲੇ ਭਾਲੇ ਜੱਟਾਂ ਨੂੰ, ਤੇ ਉਹ ਤਪੇ ਨੂੰ ਫਲ ਦੇਣਾ ਸੀ ਉਹਦਾ ਕਰਨੀ ਦਾ, ਜਿਹੜਾ ਆਪਣੀ ਝੂਠੀ ਪੂਜਾ ਕਰਾਉਂਦਾ ਸੀ, ਪਖੰਡ ਪਾਤ ਕਰਦਾ ਸੀ, ਆਪ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ। ਮਹਾਰਾਜ ਕਹਿੰਦੇ ਸਤਿਗੁਰਾਂ ਨੇ ਆਪ ਹੀ ਉਹਨੂੰ ਭੁਲਾ ਦਿੱਤਾ, ਨਗਰ ਦੇ ਲੋਕਾਂ ਨੂੰ ਭੁਲਾ ਦਿੱਤਾ। ਫਿਰ ਉਹ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਨਗਰ ਛੱਡ ਕੇ ਚਲੇ ਜਾਵੋ। ਤੇ ਜਦੋਂ ਇਉਂ ਹੋਇਆ ਤੇ ਹਜੂਰ ਕਹਿੰਦੇ ਪਰਮੇਸ਼ਰ ਦੀ ਕਰਨੀ ਦੇਖੋ, ਆਪ ਹੀ ਜੀਵਾਂ ਨੂੰ ਭੁਲਾਉਣ ਵਾਲਾ ਹੈ। ਜਿਹੜੇ ਸੰਸਾਰ ਦੇ ਜੀਵ ਦੂਜਾ ਦਵੈਸ਼ ਭਾਵਨਾ ਵਿੱਚ ਲੱਗ ਕਰਕੇ ਫਿਰ ਰਹੇ ਹਨ, ਉਹ ਹਉਮੈ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਵਿੱਚ ਲੱਗ ਕਰਕੇ ਕਰਮ ਕਮਾਉਂਦੇ ਹੈ। ਮਹਾਰਾਜ ਕਹਿੰਦੇ ਤਿਨਾਂ ਨੇ ਭੁੱਲਿਆ ਹੋਇਆ ਨੇ, ਹੰਕਾਰ ਦੇ ਨਸ਼ੇ ਵਿੱਚ ਹੀ ਸੰਸਾਰ ਦੇ ਕਰਮ ਕੀਤੇ ਹਨ। ਤਿਨਾਂ ਹੰਕਾਰੀ ਜੀਵਾਂ ਨੂੰ ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਤੋਂ ਭੁਲਾ ਕੇ ਕੋ ਮਾਰਗ ਪਾਏ, ਖੋਟੇ ਮਾਰਗ ਤੇ ਪਾ ਦਿੱਤਾ, ਮਾੜੇ ਰਸਤੇ ਤੇ ਪਾ ਦਿੱਤਾ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਸਰੂਪ ਤੋਂ ਭੁਲਾ ਦਿੱਤਾ ਹੈ। ਕਿਉਂਕਿ ਉਹਨਾਂ ਦਾ ਪੂਰਬਲੇ ਜਨਮਾਂ ਦਾ ਪਾਪ ਕਰਮਾਂ ਦਾ ਫਲ ਜੋ ਦੇਣਾ, ਤਾਂ ਉਹਨਾਂ ਨੂੰ ਮਾੜੇ ਰਸਤੇ ਤੇ ਤੋਰ ਦਿੱਤਾ। ਜਿਹੜਾ ਕੋਈ ਮਨੁੱਖ ਸਾਧ ਸੰਗਤ ਜੀ ਮਾੜੀ ਸੰਗਤ ਵਿੱਚ ਚਲਾ ਜਾਂਦਾ ਹੈ ਨਾ, ਕੋਈ ਵਿਧ ਇੱਦਾਂ ਦੀ ਜ਼ਿੰਦਗੀ ਵਿੱਚ ਬਣ ਜਾਂਦੀ ਹੈ
ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਉਹਦੀ ਕਰਨੀ ਦਾ ਪੂਰਬਲੇ ਜਨਮਾਂ ਦਾ ਫਲ ਦੇਣਾ ਚਾਹੁੰਦਾ ਹੁੰਦਾ ਹੈ। ਪ੍ਰਮਾਤਮਾ ਨੇ ਉਹਨੂੰ ਫਲ ਦੇਣਾ, ਉਹਦੇ ਕਰਮਾਂ ਦਾ ਫਲ ਭੁਗਤਾਉਣਾ, ਤਾਂ ਇਦਾਂ ਦੀ ਕੋਈ ਵਿਧ ਬਣਾ ਦਿੰਦਾ, ਕੋ ਮਾਰਗ ਪਾਏ ਆਪਣੇ ਸਰੂਪ ਤੋਂ ਭੁਲਾ ਕੇ ਖੋਟੇ ਮਾਰਗ ਤੇ ਪਾ ਦਿੰਦਾ, ਚੰਗੀ ਸੰਗਤ ਦੇ ਰਸਤੇ ਤੋਂ ਹਟਾ ਕੇ ਮਾੜੀ ਸੰਗਤ ਵਾਲੇ ਪਾਸੇ ਪਾ ਦਿੰਦਾ, ਉਹਨੂੰ ਉਹਦਾ ਫਲ ਦੇਣਾ ਹੁੰਦਾ। ਕਈ ਵਾਰ ਅਸੀਂ ਦੇਖਦੇ ਆ ਨਾ, ਕਈ ਪ੍ਰੇਮੀ ਪਹਿਲਾਂ ਸਾਬਤ ਸੂਰਤ ਹੁੰਦੇ ਆ, ਗੁਰੂ ਕੀ ਸੰਗਤ ਵਿੱਚ ਵੀ ਆਉਂਦੇ ਨੇ, ਪਰ ਜ਼ਿੰਦਗੀ ਵਿੱਚ ਕੋਈ ਇਦਾਂ ਦੀ ਵਿਧ ਬਣ ਜਾਂਦੀ, ਇਦਾਂ ਦੀ ਘਟਨਾ ਘਟ ਜਾਂਦੀ ਹੈ, ਉਹ ਸਾਧ ਸੰਗਤ ਜੀ ਕੇਸਾਂ ਦੀ ਵੀ ਬੇਅਦਬੀ ਕਰਵਾ ਲੈਂਦੇ ਹਨ, ਸਤਿਗੁਰੂ ਜੀ ਤੋਂ ਵੀ ਬੇਮੁਖ ਹੋ ਜਾਂਦੇ ਆ, ਚੰਗੀ ਸੰਗਤ ਦਾ ਰਸਤਾ ਛੱਡ ਕੇ ਮਾੜੀ ਸੰਗਤ ਵੀ ਜਾਣਾ ਸ਼ੁਰੂ ਕਰ ਦਿੰਦੇ ਆ। ਮਹਾਰਾਜ ਕਹਿੰਦੇ ਪ੍ਰਮਾਤਮਾ ਉਹਨਾਂ ਨੂੰ ਭੁਲਾ ਕੇ ਨਾ ਕੋ ਮਾਰਗ ਪਾਏ ਖੋਟੇ ਰਸਤੇ ਤੇ ਪਾ ਦਿੰਦਾ, ਉਹਨਾਂ ਦੇ ਕਰਮਾਂ ਦਾ ਫਲ ਭੁਗਤਾਉਣ ਦੇ ਵਾਸਤੇ ਉਹਨਾਂ ਨੂੰ ਟੇਢੇ ਰਸਤੇ ਪਾਉਂਦਾ ਹੈ। ਪਰ ਇਹਦੇ ਵਿੱਚ ਉਹਨਾਂ ਜੀਵਾਂ ਦਾ ਕੋਈ ਵਸ ਨਹੀਂ, ਕੋਈ ਚਾਰਾ ਨਹੀਂ, ਕੋਈ ਆਪਣਾ ਬਲ ਨਹੀਂ ਹੈ। ਜਾਂ ਕਿਸੇ ਨੂੰ ਦੋਸ਼ ਦੇਵੇ ਕਿ ਤੇਰੇ ਕਰਕੇ ਇਦਾਂ ਹੋਇਆ, ਮੈਂ ਮਾੜੇ ਰਸਤੇ ਪੈ ਗਿਆ, ਮਹਾਰਾਜ ਕਹਿੰਦੇ ਤਿੰਨ ਕਾ ਕਛ ਨਾ ਵਸਾਈ, ਉਹਨਾਂ ਦਾ ਕੋਈ ਵਸ ਨਹੀਂ ਚੱਲਦਾ। ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਤੋਂ ਭੁਲਾ ਦਿੱਤਾ ਹੈ, ਵਾਹਿਗੁਰੂ ਨੇ ਆਪ ਹੀ ਉਹਨਾਂ ਦੇ ਮਨ ਤੇ ਭਰਮ ਦਾ ਪਰਦਾ ਪਾ ਦਿੱਤਾ ਹੈ, ਫਿਰ ਖੋਟੇ ਰਸਤੇ ਤੇ ਚਲਾਇਆ, ਫਿਰ ਉਹ ਜ਼ਿੰਦਗੀ ਜਿਹੜੀ ਹੈ ਸਾਧ ਸੰਗਤ ਜੀ ਉਹਨੇ ਆਪਣੀ ਬਰਬਾਦ ਕਰ ਲਈ ਹੈ। ਪੂਰਬਲੇ ਮਾੜੇ ਕਰਮਾਂ ਦਾ ਜਿਹੜਾ ਫਲ ਸੀ ਉਹ ਭੋਗਣਾ ਪਿਆ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਐਸੇ ਸਾਖਤ ਪੁਰਸ਼ਾਂ ਦੀ ਗਤ ਔਰ ਅਵਗਤ, ਮੁਕਤੀ ਅਮੁਕਤੀ ਭਾਵ ਸੰਸਾਰ ਦੇ ਵਿੱਚੋਂ ਮੁਕਤ ਹੋਣਾ ਜਾਂ ਨਾ ਮੁਕਤ ਹੋਣਾ ਪਰਮੇਸ਼ਰ ਤੋਂ ਆਪ ਹੀ ਜਾਣਦਾ ਹੈ। हे ਪ੍ਰਮਾਤਮਾ, ਜਿਹੜੇ ਸੰਸਾਰ ਦੇ ਤਮਾਮ ਆਪ ਜੀ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ ਨਾ, ਤਿੰਨ ਕੀ ਗਤ ਅਵਗਤ ਆਪ ਜਾਣੈ, ਪਰਮੇਸ਼ਰ ਤੋਂ ਆਪ ਹੀ ਜਾਣਦਾ ਹੈ। ਔਰ ਜਿਹੜੇ ਇਹ ਵਾਹਿਗੁਰੂ ਆਪ ਜੀ ਦੀ ਗਤੀ ਮਰਜ਼ਾਦਾ ਹੈ, ਅਵਗਤ ਵਿਅਕਤੀਗਤ ਤੋਂ ਰਹਿਤ ਪਰਮਾਤਮਾ ਪਰਮੇਸ਼ਰ ਤੋਂ ਆਪ ਹੀ ਜਾਣਨ ਵਾਲਾ ਹੈ। ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਰਚਾਈ ਹੈ, ਵਾਹਿਗੁਰੂ ਨੇ ਆਪ ਸੰਸਾਰ ਦੇ ਅੰਦਰ ਜੀਵਾਂ ਦੀ ਉਤਪਤੀ ਕੀਤੀ ਹੈ, ਉਹ ਪਰਮੇਸ਼ਰ ਆਪ ਹੀ ਜੀਵਾਂ ਦੀ ਗਤੀ ਔਰ ਅਵਗਤੀ ਨੂੰ ਜਾਣਦਾ ਹੈ। ਕਿਸ ਜੀਵ ਨੇ ਮੁਕਤ ਹੋਣਾ ਹੈ, ਕਿਸ ਜੀਵ ਨੇ ਅਵਗਤੀ ਸੰਸਾਰ ਦੇ ਅੰਦਰ ਔਂਤਰੇ ਸੰਸਾਰ ਤੋਂ ਚਲੇ ਜਾਣਾ ਹੈ, ਕਿਸ ਜੀਵ ਰੂਪ ਸਖੀ ਨੇ ਪਤੀ ਪਰਮੇਸ਼ਰ ਨੂੰ ਪਾਉਣਾ ਹੈ, ਤੇ ਅਵਗਤ ਕਿਸ ਨੇ ਔਂਤਰੇ ਸੰਸਾਰ ਤੋਂ ਚਲੇ ਜਾਣਾ ਹੈ, ਕਿਸ ਨੂੰ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋਣੀ, ਕਿਸ ਨੇ ਔਂਤਰੀ ਸੰਸਾਰ ਤੋਂ ਤੁਰ ਜਾਣਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ हे ਵਾਹਿਗੁਰੂ ਤੂੰ ਆਪ ਹੀ ਰਚੀ ਹੋਈ ਰਚਨਾ ਨੂੰ ਜਾਣਨ ਵਾਲਾ ਹੈ। ਹੁਕਮ ਤੇਰਾ ਖਰਾ ਭਾਰਾ, ਇਹ ਪਰਮਾਤਮਾ ਜੋ ਆਪ ਜੀ ਦਾ ਹੁਕਮ ਹੈ ਨਾ, ਬੜਾ ਭਾਰਾ ਹੈ, ਬੜਾ ਡਾਢਾ ਹੈ, ਤੇ ਮਹਾਰਾਜ ਖਰਾ ਹੈ, ਸੱਚਾ ਹੈ, ਕੋਈ ਰਾਈ ਮਾਤਰ ਵੀ ਇਹਦੇ ਵਿੱਚ ਮਿਲਾਵਟ ਨਹੀਂ ਹੈ, ਖਾਲਸ ਹੈ, ਸ਼ੁੱਧ ਹੈ। ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਨਾ, ਇਹਦੀ ਕੋਈ ਅਦੂਲਗੀ ਨਹੀਂ ਕਰ ਸਕਦਾ। ਇਹ ਪਰਮਾਤਮਾ ਇੰਨਾ ਭਾਰਾ, ਇੰਨਾ ਡਾਢਾ ਆਪ ਜੀ ਦਾ ਹੁਕਮ ਹੈ। ਗੁਰਮੁਖ ਕਿਸੈ ਬੁਝਾਏ, ਪਰ ਕਿਸੇ ਕਿਸੇ ਗੁਰਮੁਖ ਪਿਆਰੇ ਨੂੰ ਬੁਝਾਉਂਦਾ ਕਿ ਵਾਹਿਗੁਰੂ ਦਾ ਹੁਕਮ ਬੜਾ ਡਾਢਾ ਹੈ, ਪਰਮਾਤਮਾ ਦਾ ਹੁਕਮ ਬੜਾ ਭਾਰਾ ਹੈ। ਜਿਸ ਨੂੰ ਬੁਝਾਵੇ ਉਹੋ ਹੀ ਬੁਝਦਾ, ਉਹ ਫਿਰ ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦਾ। ਨਹੀਂ ਤਾਂ ਮਨਮੁਖ ਬੰਦਾ ਤਾਂ ਡੀਂਗਾ ਹੀ ਮਾਰਦਾ ਰਹਿੰਦਾ। ਨਹੀਂ ਤਾਂ ਅਸੀਂ ਕਲਯੁਗੀ ਜੀਵ ਹਰ ਸਮੇਂ ਗੁਮਾਨ ਹੀ ਕਰਦੇ ਰਹਿੰਦੇ, ਨਹੀਂ ਮੈਂ ਇਵੇਂ ਕਰ ਦੇਣਾ, ਮੈਂ ਉਵੇਂ ਕਰ ਦੇਣਾ। ਪਰ ਮਹਾਰਾਜ ਕਹਿੰਦੇ ਗੁਰਮੁਖ ਕਿਸੈ ਬੁਝਾਏ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੇ ਕਰਕੇ ਪਰਮਾਤਮਾ ਨੇ ਕਿਸੇ ਕਿਸੇ ਨੂੰ ਸਮਝਾਇਆ। ਇਹ ਮਨਾ ਪਰਮਾਤਮਾ ਦਾ ਹੁਕਮ ਬੜਾ ਡਾਢਾ ਹੈ, ਸਮਾਂ ਕਦੇ ਇਕਸਾਰ ਨਹੀਂ ਰਹਿੰਦਾ। ਭਾਵੇਂ ਸੰਸਾਰ ਦੇ ਅੰਦਰ ਅੱਜ ਭਾਵੇਂ ਬੜਾ ਹੀ ਜੀਵ ਬੜਾ ਬੜਾ ਮਾਣ ਕਰ ਰਹੇ, ਹੰਕਾਰ ਕਰ ਰਹੇ ਹੈ, ਪਰ ਇਹ ਮਤਾਂ ਸੋਚ ਕੇ ਸਮਾਂ ਇਕਸਾਰ ਰਹਿਣ ਵਾਲਾ ਕਦੇ ਵੀ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਸੰਸਾਰ ਦੇ ਅੰਦਰ ਜ਼ਿੰਦਗੀ ਵਿੱਚ ਲਾ ਚੜਾਅ ਵੀ ਹੁੰਦਾ ਰਹਿੰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਗੁਰਮੁਖਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝਿਆ ਹੈ। ਇਹੋ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਇਹ ਗੁਰਸਿੱਖੋ, ਇਹ ਜਿਹੜੇ ਸੰਸਾਰ ਦੇ ਬਪੜੇ ਜੀਵ ਜੰਤੂ ਹਨ, ਕਿਆ ਜੰਤ ਵਿਚਾਰੇ, ਜੀਵ ਜੰਤੂ ਵਿਚਾਰੇ ਭਲਾ ਕੀ ਕਰ ਸਕਦੇ ਹਨ।
ਜੇ ਪ੍ਰਮਾਤਮਾ ਆਪ ਹੀ ਤੂੰ ਆਪਣੇ ਸਰੂਪ ਤੋਂ ਤਿੰਨਾਂ ਨੂੰ ਭੁਲਾ ਦਿੱਤਾ ਹੈ, ਮਤ ਤੇ ਭਰਮ ਦਾ ਪਰਦਾ ਪਾ ਦਿੱਤਾ ਹੈ, ਤੇ ਮਹਾਰਾਜ ਜੀਵ ਭਲਾ ਬਪੜੇ ਕੀ ਕਰ ਸਕਦੇ ਹਨ। ਮਹਾਰਾਜ ਸਾਡਾ ਕੋਈ ਜ਼ੋਰ ਥੋੜ੍ਹਾ, ਅਸੀਂ ਕੋਈ ਆਪਣੇ ਬਲ ਦੇ ਨਾਲ ਥੋੜ੍ਹਾ ਤੁਹਾਨੂੰ ਯਾਦ ਕਰ ਸਕਦੇ ਹਾਂ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਹੇ ਵਾਹਿਗੁਰੂ, ਆਪ ਕਿਰਪਾ ਕਰਕੇ ਜੇ ਗੁਣ ਗਵਾਉਂਦੇ ਹੋ ਨਾ, ਤਾਂ ਹੀ ਮਹਾਰਾਜ ਗੁਣ ਗਾਏ ਜਾਂਦੇ ਹੈ। ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਨਾਮ ਜਪਾਉਂਦੇ ਹੋ, ਤਾਂ ਹੀ ਮਹਾਰਾਜ ਅਸੀਂ ਜੀਵ ਨਾਮ ਜਪਦੇ ਹਾਂ। ਪਰਮਾਤਮਾ ਜੀ ਆਪ ਕਿਰਪਾ ਕਰਦੇ ਹੋ ਤਾਂ, ਨਹੀਂ ਤਾਂ ਹਜ਼ੂਰ ਕਹਿੰਦੇ ਜਾ ਤੁਧ ਭਰਮ ਭੁਲਾਏ। ਜੇ ਪਰਮਾਤਮਾ ਆਪ ਹੀ ਭੁਲੇਖਿਆਂ ਵਿੱਚ ਪਾ ਕੇ, ਭਰਮਾਂ ਵਿੱਚ ਪਾ ਕੇ ਸੰਸਾਰ ਦੇ ਜੀਵਾਂ ਨੂੰ ਭੁਲਾ ਦਿੱਤਾ ਹੈ, ਉੱਥੇ ਜੀਵ ਦਾ ਪਰਮ ਬਲ ਕੀ ਹੋ ਸਕਦਾ ਹੈ। ਜਿਵੇਂ ਹਜ਼ੂਰ ਦਾ ਮੁੱਖ ਵਾਕ ਹੈ ਨਾ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਮਹਾਰਾਜ ਕਹਿੰਦੇ ਵੀ ਰੱਬ ਦਾ ਭਾਣਾ ਹੈ, ਵਾਹਿਗੁਰੂ ਦਾ ਡਾਢਾ ਹੁਕਮ ਹੈ, ਕੋਈ ਜਾਣ ਹੀ ਨਹੀਂ ਸਕਦਾ। ਇੱਕ ਨਾ ਨੂੰ ਮੋਹ ਮਮਤਾ ਤੋਂ ਆਜ਼ਾਦ ਕਰਕੇ, ਬੰਧਨਾਂ ਤੋਂ ਸੁਤੰਤਰ ਕਰਕੇ ਆਪਣੇ ਸਰੂਪ ਦੀ ਅਭੇਦਤਾ ਦਿੰਦਾ ਪਿਆ ਹੈ। ਇੱਕ ਨਾ ਨੂੰ ਸੰਸਾਰ ਦੀ ਮੋਹ ਮਮਤਾ ਲਗਾ ਕੇ ਸੰਸਾਰ ਦੇ ਅੰਦਰ ਹੀ ਰੱਖਦਾ ਪਿਆ। ਮਹਾਰਾਜ ਕਹਿੰਦੇ ਬੜਾ ਡਾਢਾ ਵਾਹਿਗੁਰੂ ਦਾ ਹੁਕਮ ਹੈ। ਪਰ ਗੁਰਮੁਖਾਂ ਮਿਰਲਿਆਂ ਨੂੰ ਪਰਮੇਸ਼ਰ ਨੇ ਬੁਝਾਇਆ। ਜਿਨ੍ਹਾਂ ਨੂੰ ਵਾਹਿਗੁਰੂ ਨੇ ਬੁਝਾ ਦਿੱਤਾ ਉਹ ਫਿਰ ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਹੈ ਜੀਵ ਬਪੜੇ ਭਲਾ ਕੀ ਕਰ ਸਕਦੇ ਹਨ। ਹੇ ਮੇਰੇ ਮਾਲਕ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਪਰਮਾਤਮਾ ਤੁਹਾਡੀ ਵਡਿਆਈ ਸਦੀਵੀ ਕਾਲ ਦੀ ਸੱਚੀ ਹੈ। ਸੰਸਾਰ ਦੀਆਂ ਵਡਿਆਈਆਂ ਝੂਠੀਆਂ ਹਨ। 2 4 5 7 ਦਿਨ ਕੋਈ ਯਾਦ ਕਰ ਲਓ, ਫਿਰ ਨਹੀਂ ਕੋਈ ਵੀ ਚੇਤੇ ਕਰਦਾ। ਭਾਵੇਂ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਕਿਸੇ ਵੀ ਪੱਖ ਦੀ ਮਾਇਕੀ ਵਡਿਆਈ ਲੈ ਲਓ, ਪਰ ਸਦਾ ਰਹਿਣ ਵਾਲੀ ਨਹੀਂ ਹੈ। ਪਰ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ, ਪਰਮਾਤਮਾ ਦੇ ਗੁਣ ਗਾਉਣ ਦੀ ਵਡਿਆਈ, ਮਹਾਰਾਜ ਕਹਿੰਦੀ ਵੀ ਸੱਚੀ ਹੈ। ਪਰਮਾਤਮਾ ਆਪ ਸੱਚਾ ਹੈ, ਪਰਮਾਤਮਾ ਦੀਆਂ ਵਡਿਆਈਆਂ ਵੀ ਸਦਾ ਸੱਚ ਹਨ। ਹੇ ਮੇਰੇ ਮਾਲਕ ਪਰਮਾਤਮਾ, ਤੂੰ ਪਾਰਾਵਾਰ ਤੋਂ ਰਹਿਤ ਸਦ ਚੇਤਨ ਆਨੰਦ ਬ੍ਰਹਮ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਤੁਹਾਡੇ ਸਰੂਪ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਹੇ ਅਕਾਲ ਪੁਰਖ ਵਾਹਿਗੁਰੂ, ਕਿਸੇ ਪੱਖ ਤੋਂ ਵੀ ਮਹਾਰਾਜ ਤੁਹਾਡਾ ਕਦੇ ਅੰਤ ਨਹੀਂ ਪੈਂਦਾ। ਨਾ ਸਿਫਤਾਂ ਦਾ, ਨਾ ਪੈਦਾ ਕੀਤੀ ਹੋਈ ਸ੍ਰਿਸ਼ਟੀ ਦਾ, ਨਾ ਮਹਾਰਾਜ ਸ੍ਰਿਸ਼ਟੀ ਨੂੰ ਚਲਾਉਣ ਦਾ, ਨਾ ਜੀਵ ਜੰਤੂਆਂ ਦੀ ਪਰਵਰਿਸ਼ ਕਰਨੇ ਦਾ, ਜੀਵਾਂ ਨੂੰ ਦਾਤਾਂ ਦੇਣ ਦਾ, ਦਾਤਾਂ ਲੈਣ ਦਾ, ਕਿਸੇ ਪੱਖ ਤੋਂ ਵੀ ਤੁਹਾਡਾ ਅੰਤ ਨਹੀਂ ਪੈਂਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਕਿੰਨੇ ਬਿਰਲਾਪ ਕਰ ਕਰਕੇ ਸੰਸਾਰ ਦੇ ਅੰਦਰ ਥੱਕ ਹਾਰ ਗਏ ਨੇ। ਰੋਂਦੇ ਕਰਲਾਉਂਦੇ ਚਲੇ ਗਏ, ਝੂਰਦੇ ਹੋਏ ਚਲੇ ਗਏ, ਪਛਤਾਤਾਪ ਕਰਦੇ ਹੋਏ ਮਰ ਮੁੱਕ ਗਏ, ਪਰ ਤਾਂ ਕਿ ਅੰਤ ਨਾ ਪਾਏ ਜਾਹੇ। ਵਾਹਿਗੁਰੂ ਦੇ ਸਰੂਪ ਦਾ, ਗੁਣਾਂ ਦਾ, ਗਿਆਨ ਦਾ, ਵਡਿਆਈਆਂ ਦਾ ਕਿਸੇ ਪੱਖ ਤੋਂ ਵੀ ਅੰਤ ਨਾ ਪਾ ਸਕੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਹੈ ਪਰਮਾਤਮਾ ਤੂੰ ਸਾਡਾ ਮਾਲਕ ਹੈ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਆਪ ਜੀ ਦਾ ਬ੍ਰਹਮ ਸਰੂਪ ਹੈ। ਬੇਅੰਤ ਮਹਾਰਾਜ ਸਭ ਦੇ ਆਪ ਜੀ ਮਾਲਕ ਹੋ। ਤੇਰੀ ਕੁਦਰਤ ਕਹਿਣ ਨਾ ਜਾਈ। ਪਰਮਾਤਮਾ ਜੀ ਆਪ ਜੀ ਦੀ ਸ਼ਕਤੀ ਨੂੰ ਕਹਿਆ ਨਹੀਂ ਜਾ ਸਕਦਾ, ਕਹਿਣੇ ਕਥਨੇ ਤੋਂ ਬਾਹਰ ਹੈ। ਕਿਉਂਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਚੌਹਾਂ ਦਿਸ਼ਾਵਾਂ ਦੇ ਵਿੱਚ ਸਭ ਥਾਵਾਂ ਤੇ ਮਹਾਰਾਜ ਤੁਹਾਡਾ ਹੀ ਬਲ ਵਰਤ ਰਿਹਾ ਹੈ। ਹੇ ਪਰਮੇਸ਼ਰ ਜੀ ਆਪ ਜੀ ਤਮਾਮ ਸੰਸਾਰ ਭਰ ਦੇ ਸਭ ਜੀਵਾਂ ਅੰਦਰ ਸ਼ਕਤੀ ਵਰਤ ਰਹੀ ਹੈ। ਹੇ ਵਾਹਿਗੁਰੂ ਐਸੀ ਸ਼ਕਤੀ ਹੈ ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਅਨੰਤ ਸ਼ਕਤੀਆਂ ਲੈ ਕਰਕੇ ਸੰਸਾਰ ਦੇ ਅੰਦਰ ਆਪ ਜੀ ਪ੍ਰਗਟ ਹੋਏ ਹੋ। ਜਿਵੇਂ ਹਜ਼ੂਰ ਦੇ ਬਚਨ ਆਉਂਦੇ ਹਨ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। 14 ਕਲਾ ਸ਼੍ਰੀ ਰਾਮਚੰਦਰ ਜੀ ਲੈ ਕਰਕੇ ਸੰਸਾਰ ਦੇ ਅੰਦਰ ਪ੍ਰਗਟ ਹੋਏ ਸਨ।
16 ਕਲਾ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਵਿੱਚ ਲੈ ਕਰਕੇ ਆਏ ਸਨ, ਪਰ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਸਾਰੀ ਸ੍ਰਿਸ਼ਟੀ ਦੇ ਮਾਲਕ ਨਿਰਗੁਣ ਦੇ ਸਰਗੁਣ ਸਰੂਪ ਜਗਤ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਨੰਤ ਕਲਾ ਜਿਨ੍ਹਾਂ ਦਾ ਕਦੇ ਅੰਤ ਹੀ ਨਹੀਂ ਪੈ ਸਕਦਾ, ਬੇਅੰਤ ਸ਼ਕਤੀਆਂ ਦੇ ਮਾਲਕ ਸਤਿਗੁਰੂ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਹੈ। ਹੇ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀਓ, ਤੇਰੀ ਕੁਦਰਤ ਕਹਿਣ ਨਾ ਜਾਈ। ਮਹਾਰਾਜ, ਤੁਹਾਡੀ ਸ਼ਕਤੀ ਨੂੰ ਕਦੇ ਵੀ ਕਿਹਾ ਨਹੀਂ ਜਾ ਸਕਦਾ, ਸਮਗਰ ਰੂਪ ਦੇ ਵਿੱਚ ਕਥਨ ਕੀਤਾ ਹੀ ਨਹੀਂ ਜਾ ਸਕਦਾ। ਸੱਚੀ ਤੇਰੀ ਵਡਿਆਈ, ਜਾਗੋ ਤੁਧ ਮਨ ਵਸਾਈ। हे ਮਹਾਰਾਜ, ਜੋ ਆਪ ਜੀ ਦੀ ਵਡਿਆਈ ਸੱਚੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਆਪ ਨੇ ਕਿਰਪਾ ਕਰਕੇ ਵਸਾ ਦਿੱਤੀ ਹੈ। ਸਦਾ ਤੇਰੇ ਗੁਣ ਗਾਵਹਿ। हे ਪਰਮਾਤਮਾ ਜੀ, ਉਹ ਆਪ ਜੀ ਦੇ ਸਦਾ ਹੀ ਗੁਣ ਗਾਉਂਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਸੱਚੀ ਨਾਮ ਦੀ ਵਡਿਆਈ ਵਸਾ ਦਿੱਤੇ ਹੋ। ਤੇਰੇ ਗੁਣ ਗਾਵਹਿ, ਜਾ ਤੁਧ ਭਾਵਹਿ। ਜਿਨ੍ਹਾਂ ਦੀ ਭਾਵਨਾ ਤੁਹਾਨੂੰ ਭਾ ਜਾਂਦੀ ਹੈ, ਉਹੀ ਮਹਾਰਾਜ ਤੁਹਾਡੇ ਗੁਣ ਗਾਉਂਦੇ ਹਨ। ਹਰ ਕੋਈ ਨਹੀਂ ਪਰਮਾਤਮਾ ਦੇ ਗੁਣ ਗਾਉਂਦਾ, ਸੰਸਾਰ ਦੇ ਹੀ ਅਸੀਂ ਗੁਣ ਗਾਈ ਜਾਂਦੇ ਹਾਂ। ਸੰਸਾਰ ਦੇ ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖ ਕਰਕੇ ਅਸੀਂ ਗੁਣ ਗਾਉਂਦੇ ਰਹਿੰਦੇ ਹਾਂ, ਪਰ ਜਿਨ੍ਹਾਂ ਦੀ ਭਾਵਨਾ ਪਰਮੇਸ਼ਰ ਦੇ ਦਰ ਤੇ ਭਾ ਜਾਂਦੀ ਹੈ, ਜੋ ਵਾਹਿਗੁਰੂ ਜੀ ਨੂੰ ਭਾ ਜਾਂਦੇ, ਮਹਾਰਾਜ ਕਹਿੰਦੇ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਹਨ, ਜ਼ਿੰਦਗੀ ਭਰ ਪਰਮੇਸ਼ਰ ਦੇ ਹੀ ਗੁਣਾਂ ਨੂੰ ਉਚਾਰਨ ਕਰਦੇ ਹਨ। ਸੱਚੇ ਸਿਉ ਚਿਤ ਲਾਵਹਿ। ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਨੂੰ ਲਾ ਕਰਕੇ ਜੇ ਕਿਸੇ ਸੰਸਾਰ ਦੇ ਅੰਦਰ ਗੁਣਵਾਨ ਦਾ ਵੀ ਗੁਣ ਗਾਉਣਾ, ਤਾਂ ਵੀ ਉਹਦੇ ਪਿੱਛੇ ਪਰਮਾਤਮਾ ਦੀ ਸਿਫਤ ਹੋਣੀ ਕਿ ਭਲਿਆ ਤੂੰ ਬੜਾ ਗੁਣਵਾਨ ਹੈ, ਪਰ ਇਹ ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੇਰੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ, ਪੂਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਤਾਂ ਹੀ ਤੂੰ ਗੁਣਵਾਨ ਬਣਿਆ। ਤੇਰੇ ਅੰਦਰ ਜਿਹੜੇ ਗੁਣ ਹਨ, ਹੁਨਰ ਹਨ, ਪਰਮਾਤਮਾ ਨੇ ਬਖਸ਼ੀਏ, ਸਭ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਨੇ। ਗੁਣਵਾਨ ਦੀ ਵੀ ਕਦਰ ਕਰ ਦੇਣੀ ਤੇ ਪਰਮਾਤਮਾ ਦੀ ਸਿਫਤ ਵੀ ਨਾਲ ਦੇ ਨਾਲ ਗਾ ਦੇਣੀ, ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਲੱਗਾ ਹੋਣਾ। ਮਹਾਰਾਜ ਕਹਿੰਦੇ ਇਉਂ ਵਾਹਿਗੁਰੂ ਦੇ ਪਿਆਰੇ ਗੁਰਮੁਖ ਜਨ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਆਪਣੀ ਸੱਚੀ ਵਡਿਆਈ ਵਸਾ ਦਿੰਦਾ, ਉਹ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਆ, ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਲਾਈ ਰੱਖਦੇ ਹਨ। ਜਿਸਨੂੰ ਤੂੰ ਆਪੇ ਮਿਲਹਿ। ਹੇ ਅਕਾਲ ਪੁਰਖ ਪਰਮਾਤਮਾ, ਜਿਸ ਜੀਵ ਨੂੰ ਤੂੰ ਆਪਣੇ ਸਰੂਪ ਦੇ ਵਿੱਚ ਮਿਲਣਾ ਕਰੇ, ਸੋ ਗੁਰਮੁਖ ਰਹਿ ਸਮਾਈ। ਉਹ ਗੁਰਾਂ ਦੇ ਮੁਖ ਦੁਆਰਾ ਤੁਹਾਡੇ ਚਰਨਾਂ ਵਿੱਚ ਹਰ ਸਮੇਂ ਸਮਾਇਆ ਰਹਿੰਦਾ। ਸੋ ਗੁਰਮੁਖ ਰਹਿ ਸਮਾਈ, ਚਿਤ ਬਿਰਤੀ ਕਰਕੇ ਗੁਰਮੁਖ ਪਿਆਰਾ ਤੁਹਾਡੇ ਚਰਨਾਂ ਵਿੱਚ ਹੀ ਸਮਾਇਆ ਰਹਿੰਦਾ। ਚਿਤ ਬਿਰਤੀ ਕਰਕੇ, ਸੁਰਤੀ ਬਿਰਤੀ ਕਰਕੇ ਸ਼ਬਦ ਦੇ ਵਿੱਚ ਹੀ ਲੀਨ ਰਹਿੰਦਾ ਹੈ। ਤਿਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ। ਇਉਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਸਮਾਪਤੀ ਦੀਆਂ ਪੰਕਤੀਆਂ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਹੈ, ਹੇ ਮੇਰੇ ਸੱਚੇ ਮਾਲਕ ਪਰਮਾਤਮਾ, ਸੱਚੀ ਤੇਰੀ ਵਡਿਆਈ। ਪਰਮਾਤਮਾ ਜੀ, ਆਪ ਜੀ ਦੀ ਵਡਿਆਈ ਵੀ ਸੱਚੀ ਹੈ, ਤੁਹਾਡਾ ਸਰੂਪ ਵੀ ਮਹਾਰਾਜ ਸੱਚਾ ਹੈ, ਤੁਹਾਡੀ ਵਡਿਆਈ ਵੀ ਮਹਾਰਾਜ ਸਦੀਵੀ ਕਾਲ ਵਾਸਤੇ ਸੱਚੀ ਹੈ। ਇਹ ਸਾਧ ਸੰਗਤ ਜੀ, 10 ਪੌੜੀਆਂ ਦਾ ਜੋ ਸ਼ੰਤ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਇੱਥੇ ਅੱਜ ਸਮਾਪਤੀ ਹੋਈ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਸਨੂੰ ਤੂੰ ਆਪੇ ਮਿਲਹਿ, ਸੋ ਗੁਰਮੁਖ ਰਹਿ ਸਮਾਈ। ਤਿਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।